प्यारे वीरो, जय भीम, जय भारत, नमो बुद्धा। अज असी बाबा साहब अंबेडकर के संघर्ष के प्रसंग च 8वें भाग विच बोल रहे हाँ। मैनू खुशी है कि तुसी बहुत ध्यान नाल सुनते भी हो और उहदे उत्ते एक चंगा प्रतिक्रम भी दिंदे हो। इस तो इलावा मेरी गल नूं पूरे भारत दे या पूरी दुनिया दे उन्हां लोकां तक भी लैके जांदे हो जिन्हां दे अंदर ज्ञान प्राप्त करने की चाहना है, इच्छा है, तमन्ना है। ये कोई जरूरी नहीं कि मैं हर गल ठीक कह रहा। मैं एक दृष्टिकोण तो थोड़े सामने बीते हुए इतिहास का जिक्र कर रहा और कोई भी मनुख के 1 घंटे च वड्डियां घटनावां नूं पूर्ण तौर पर बयान नहीं कर सकता हुंदा। वो किड्डा भी विद्वान, बुद्धिमान, ज्ञानवान ਜਾਂ ਅਨੁਭਵੀ व्यक्ति होवे, वो हर गल नूं उसकी तह तक हमेशा पूरी तरह बयान नहीं कर सकता हुंदा। हाँ, मेरी ये कोशिश हुंदी है कि मैं बुनियादी तौर पर जिहड़ियां घटनावां साडे जीवन नाल सिद्धा संबंध रखदियां उन्हां दे थल्ले पई उस भावना नूं उजागर कर सकां जिहदे तो साडे लोग अणजाण रहे आ। जिवें मैं तुहानूं 1922 की घटना दसी, 1925 की घटना दसी, फिर 1927 की घटना दसी। तुहानूं ये भी दसिया कि 1919 का एक्ट पहला एक्ट है जिहदे विच देश के दबे कुचले लोगों का नां दर्ज होया। कानून की किताब च नां दर्ज होने का मतलब हुंदा है कि तुहाडी पछाण होई पहली बार लगभग 2000 साल बाद, और 2000 साल बाद पछाण कानूनी तौर पर हुई तो यदा मतलब ये हुंदा कि तुहानूं उस वेले की सरकार जिहड़ा सरकारी तंत्र है उन्हें पछाण लिया है। ਇਹਦਾ मतलब है कि कोई ना कोई अलग किस्म की कार्रवाई निश्चित है, चाहे वह थोड़े खिलाफ होवे चाहे थोड़े पक्ष च होवे, ये तय आ। क्योंकि 1848 तो बाद 1919 तक अंग्रेज शासक के समय दौरान बहुजन की आज़ादी की लहर पूरे जोश नाल अगे वधी, ताकत नाल अगे वधी और लगभग 80 साल उन्होंने डिगण नहीं दिता गया। ये बहुत वड्डी गल है कि साढ़े सामने 4 महापुरख है, 5 ज्योतिराव फुले, दादी मां सावित्री बाई, शाहू महाराज, सैयद जी गायकवाड़ महाराज और बाबा साहब अंबेडकर। ये 5 पुरखे है जिन्होंने 80 साल लगातार संघर्ष जारी रखा और संघर्ष डिगण नहीं दिता। और असी ये समझना कि ये वो वक्त 80 साल का जिहड़ा 1919 के एक्ट च तब्दील हो गया कि या तो बाबा साहब दियां महान विद्यक प्राप्तियां च तब्दील हो गया, ਜਾਂ शाहू महाराज के कानून द्वारा
50% ਰਾਖਵਾਂਕਰਨ ਦੇ ਵਿੱਚ ਤਬਦੀਲ ਹੋ ਗਿਆ, ਔਰ ਜਾਂ ਫਿਰ 1919 ਦੇ ਐਕਟ ਦੇ ਵਿੱਚ ਇੱਕ ਪਛਾਣ ਦੇ ਰੂਪ 'ਚ ਪਰਿਵਰਤਨ ਹੋ ਗਿਆ। ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਆ। ਹੁਣ ਦੂਸਰੀ ਚੀਜ਼ ਜਿਹੜੀ ਮੇਰੇ ਸਾਹਮਣੇ ਆ ਉਹ ਇਹ ਹੈ ਕਿ ਮੇਰੇ ਵੀਰੋ, ਤੁਸੀਂ ਸਕੂਲਾਂ 'ਚ ਪੜ੍ਹਦੇ ਆ, ਕਾਲਜਾਂ 'ਚ ਪੜ੍ਹਦੇ ਆਏ ਆ, ਯੂਨੀਵਰਸਿਟੀਆਂ 'ਚ ਪੜ੍ਹਦੇ ਆਏ ਆ, ਤਾਂ ਸਵਾਲ ਇਹ ਆ ਕਿ ਕੀ ਤੁਹਾਨੂੰ ਗੱਲ ਦੀ ਸਮਝ ਲੱਗੀ? ਨਹੀਂ, ਬਿਲਕੁਲ ਨਹੀਂ ਸਮਝ ਲੱਗੀ। ਕੋਈ ਆਦਮੀ ਇੱਕ ਥੱਪੜ ਕੇ ਨਹੀਂ ਕਹਿ ਸਕਦਾ ਕਿ ਹਾਂ ਮੈਨੂੰ ਸਮਝ ਲੱਗੀ। ਮੈਂ ਉਹਨਾਂ ਪਹਿਲੇ ਵਿਦਿਆਰਥੀਆਂ 'ਚੋਂ ਹਾਂ ਭਾਰਤ ਦੇ 'ਚੋਂ ਜਿਹਨੇ 1947 ਤੋਂ ਬਾਅਦ ਜਨਮ ਲੈ ਕੇ ਔਰ 1947 ਤੋਂ ਬਾਅਦ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਸਕੂਲ ਦਾ ਮੂੰਹ ਦੇਖਿਆ ਤੇ ਬਹੁਤ ਲੰਬਾ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਤੱਕ ਵਿੱਦਿਆ ਹਾਸਲ ਕੀਤੀ। ਮੈਂ ਉਹ ਵਿਦਿਆਰਥੀ ਹਾਂ। ਔਰ ਉਸ ਸਾਰੇ ਸਮੇਂ ਦੌਰਾਨ ਸਾਡੇ ਪੁਰਖਿਆਂ ਦਾ ਨਾਂ ਨਿਸ਼ਾਨ ਕਿਤੇ ਨਹੀਂ ਸੀ। ਅਸੀਂ ਤਾਂ ਇਹ ਵੀ ਨਹੀਂ ਸੀ ਜਾਣਦੇ ਜਾਤ ਕੀ ਹੁੰਦੀ ਹੈ। ਅਸੀਂ ਤਾਂ ਇਹ ਵੀ ਨਹੀਂ ਸੀ ਜਾਣਦੇ ਕਿ ਸ਼ਡਿਊਲਡ ਕਾਸਟ ਸਰਟੀਫਿਕੇਟ ਕੀ ਹੁੰਦਾ। ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਨੀਵੇਂ ਕਿਉਂ ਆ। ਅਸੀਂ ਕਦੇ ਸੋਚਿਆ ਨਹੀਂ ਸੀ ਕਿ ਪਿੰਡ ਦੇ ਲੋਕ ਜਿਹੜੇ ਸਾਡੇ ਵਰਗੇ ਲੋਕ ਹੈ ਉਹ ਸਾਡੀ ਮਾਂ ਦੀ ਧੀ ਦੀ ਕਿਉਂ ਕਰਦੇ ਆ, ਸਾਡੀਆਂ ਔਰਤਾਂ ਦੀ ਬੇਪੱਤੀ ਕਿਉਂ ਕਰਦੇ ਆ, ਸਾਡੀ ਮਾਵਾਂ ਦੀ, ਸਾਡੀਆਂ ਦਾਦੀਆਂ ਦੀ, ਸਾਡੀ ਭੂਆ ਦੀ, ਚਾਚੀ ਤਾਈ ਦੀ ਬੇਪੱਤੀ ਕਿਉਂ ਕਰਦੇ ਆ, ਸਾਡੇ ਬਾਪ ਦਾਦਿਆਂ ਦੀ, ਸਾਡੇ ਵੱਡੇ ਭਰਾਵਾਂ ਦੀ, ਚਾਚਿਆਂ ਤਾਇਆਂ ਦੀ ਬੇਪੱਤੀ ਕਿਉਂ ਕਰਦੇ ਆ। ਇਹ ਸਾਡੀ ਸਮਝ ਨਹੀਂ ਸੀ। ਅਸੀਂ ਰੂੜੀਆਂ ਦੇ ਕੋਲ, ਗੰਦੇ ਛੱਪੜਾਂ ਕੋਲ ਕਿਉਂ ਰਹਿੰਦੇ ਆ, ਔਰ ਅਸੀਂ ਗਾਲਾਂ ਹੀ ਕਿਉਂ ਖਾਂਦੇ ਆ ਰੋਜ਼। ਸਾਨੂੰ ਰੋਟੀ ਓਨੀ ਨਹੀਂ ਮਿਲਦੀ ਜਿੰਨੀਆਂ ਗਾਲਾਂ ਮਿਲਦੀਆਂ, ਜਿੰਨਾ ਅਪਮਾਨ ਮਿਲਦਾ ਹੈ। ਇਹ ਸਾਡੀ ਸਮਝ ਤੋਂ ਬਾਹਰ ਸੀ। ਤੇ ਜਿਨ੍ਹਾਂ ਲੋਕਾਂ ਨੂੰ ਇਹੀ ਕੁਛ ਨਹੀਂ ਸੀ ਪਤਾ, ਔਰ ਡਿਗਰੀਆਂ ਲੈਣ ਤੋਂ ਬਾਅਦ ਵੀ ਨਹੀਂ ਪਤਾ ਲੱਗਿਆ, ਉਹਨਾਂ ਨੂੰ ਇਹ ਕਿਵੇਂ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਖਾਤਰ 1947 ਤੱਕ 100 ਸਾਲ ਦਾ ਲੰਬਾ ਸੰਘਰਸ਼ ਪੁਰਖਿਆਂ ਨੇ ਕੀਤਾ ਔਰ ਉਹ ਸੰਘਰਸ਼ ਨੂੰ ਕਦੇ ਡਿੱਗਣ ਨਹੀਂ ਦਿੱਤਾ। ਔਰ ਇਹ ਐਡੀ ਵੱਡੀ ਕ੍ਰਾਂਤੀ ਸੀ, ਐਡਾ ਵੱਡਾ ਇਨਕਲਾਬ ਹੈ ਇਹ। ਇਸ ਇਨਕਲਾਬ ਨੂੰ ਅਸੀਂ ਕਿਸੇ ਦੂਸਰੀ ਤਰਜ ਦੇ ਇਨਕਲਾਬ ਦੇ ਕਰਕੇ ਬੇਮਾਨਾ ਕਰਤਾ। ਅੱਜ ਮੈਂ ਕੁਝ ਵੱਖਰੇ ਸਵਾਲ ਵੀ ਤੁਹਾਡੇ ਸਾਹਮਣੇ ਰੱਖਣੇ ਆ, ਵੱਖਰੀ ਦ੍ਰਿਸ਼ਟੀ ਵੀ ਤੁਹਾਡੇ ਸਾਹਮਣੇ ਰੱਖਣੀ ਹੈ, ਵੱਖਰੇ ਪਹਿਲੂ ਵੀ ਤੁਹਾਡੇ ਸਾਹਮਣੇ ਰੱਖਣੇ ਆ ਕਿ ਜਿਹੜਾ ਇਨਕਲਾਬ 100 ਸਾਲ ਚੱਲਿਆ ਔਰ ਇਹ ਦੁਨੀਆ ਦਾ ਮਹਾਨ ਇਨਕਲਾਬ ਹੈ। ਮੈਂ ਇਹ ਸਾਬਤ ਕਰ ਸਕਦਾ ਹਾਂ ਕਿ 1848 ਤੋਂ ਸ਼ੁਰੂ ਹੋਇਆ ਔਰ 1950 26 ਜਨਵਰੀ 1950 ਤੱਕ ਆਇਆ। ਇਹ ਸੰਸਾਰ ਦਾ ਮਹਾਨ ਇਨਕਲਾਬ ਹੈ। ਜਿੱਡੇ ਵੱਡੇ ਦੂਜੇ ਇਨਕਲਾਬ ਹੈ ਉਹ ਤੋਂ ਕਿਸੇ ਵੀ ਕੀਮਤ ਤੇ ਘੱਟ ਨਹੀਂ ਹੈ। ਇਹ ਮੈਂ ਸਾਬਤ ਕਰ ਸਕਦਾ ਹਾਂ ਔਰ ਮੈਂ ਠੋਕ ਵਜਾ ਕੇ ਸਾਬਤ ਕਰ ਸਕਦਾ ਇਸ ਗੱਲ ਨੂੰ। ਪਰ ਅਸੀਂ ਇਨਕਲਾਬ ਜਿੰਦਾਬਾਦ ਬਹੁਤ ਕੀਤੀ। ਮੈਂ ਬਹੁਤ ਜ਼ਿਆਦਾ ਇਨਕਲਾਬ ਜਿੰਦਾਬਾਦ ਕੀਤੀ। ਮੇਰਾ ਬਹੁਤ ਸਾਰਾ ਸਮਾਂ ਜਿਹੜਾ ਜਵਾਨੀ ਦਾ ਉਹ ਇਸੇ ਇਨਕਲਾਬ ਜਿੰਦਾਬਾਦ 'ਚ ਗੁਜ਼ਰ ਗਿਆ। ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਨਕਲਾਬ ਹੁੰਦਾ ਕੀ ਹੈ। ਤੁਸੀਂ ਦੇਖੋ ਕਿ ਅਸੀਂ ਇਨਕਲਾਬ ਜਿੰਦਾਬਾਦ ਕਰਦੇ, ਅਸੀਂ ਸੜਕਾਂ 'ਤੇ ਨਿਕਲਦੇ, ਸਾਰਾ ਸਾਰਾ ਦਿਨ ਚੀਕਦੇ, ਅਸੀਂ ਵੱਡੀਆਂ ਵੱਡੀਆਂ ਮਜਲਿਸਾਂ ਕਰਦੇ, ਅਸੀਂ ਗੀਤ ਬੋਲਦੇ ਸੁਣਦੇ, ਹਜ਼ਾਰਾਂ ਆਦਮੀ ਲਾਲ ਸਲਾਮ ਲਾਲ ਝੰਡਾ ਲੈ ਕੇ ਕਰਦੇ। ਇਨਕਲਾਬ ਜਿੰਦਾਬਾਦ ਇੱਕ ਬਹੁਤ ਵੱਡਾ ਮਕਸਦ ਹੁੰਦਾ, ਸਾਡਾ ਨਾਅਰਾ ਹੁੰਦਾ। ਦਫ਼ਤਰਾਂ 'ਚੋਂ ਨਿਕਲ ਕੇ ਅਸੀਂ ਦਫ਼ਤਰਾਂ ਦੀ ਮੁਰਦਾਬਾਦ, ਦੇਸ਼ ਦੀ ਮੁਰਦਾਬਾਦ, ਜਾਣੀ ਅਸੀਂ ਦਫ਼ਤਰ ਘੱਟ ਵੜਦੇ, 15 ਦਿਨ ਦਫ਼ਤਰ ਜਾਂਦੇ, 15 ਦਿਨ
ਜਾਣੀ ਟੋਟਲ ਰਲਾ ਮਿਲਾ ਕੇ ਅਸੀਂ 15 ਦਿਨ ਤੋਂ ਵੱਧ ਦਫ਼ਤਰ 'ਚ ਨਹੀਂ ਸੀ ਬੈਠਦੇ। ਹਰ ਰੋਜ਼ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਮੁਰਦਾਬਾਦ ਕਰਦੇ, ਕਿਸੇ ਨੂੰ ਜਿਉਂਦਾ ਕਰਦੇ, ਕਿਸੇ ਨੂੰ ਮਾਰਦੇ। ਤੇ ਸਾਡਾ ਇਨਕਲਾਬ ਹੈ ਜਿਹੜਾ ਉਹ ਫੈਲਦਾ ਜਾਂਦਾ। ਸੱਚਾਈ ਇਹ ਆ ਕਿ ਅਸੀਂ ਤਾਂ ਇਨਕਲਾਬ ਨੂੰ ਜਾਣਦੇ ਤੱਕ ਨਹੀਂ ਸੀ ਕਿ ਇਨਕਲਾਬ ਕੀ ਹੁੰਦਾ ਹੈ। ਮੈਂ ਇਹਦੇ ਤੇ ਫੇਰ ਕਦੇ ਚਰਚਾ ਕਰੂੰਗਾ, ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ ਕਿ 1848 ਤੋਂ ਲੈ ਕੇ 26 ਜਨਵਰੀ 1950 ਤੱਕ ਜਾਂ 26 ਨਵੰਬਰ 1949 ਤੱਕ ਇੱਕ ਮਹਾਨ ਇਨਕਲਾਬ ਭਾਰਤ 'ਚ ਵਾਪਰਿਆ, ਜਿਹਦਾ ਕਦੇ ਜ਼ਿਕਰ ਨਹੀਂ ਹੋਇਆ, ਨਾ ਸਕੂਲ 'ਚ, ਨਾ ਕਾਲਜ, ਜਾਂ ਨਾ ਯੂਨੀਵਰਸਿਟੀ 'ਚ, ਨਾ ਕਿਸੇ ਵਿਦਵਾਨ ਦੀ ਕਿਤਾਬ 'ਚ, ਨਾ ਕਿਸੇ ਕਵਿਤਾ 'ਚ, ਨਾ ਕਿਸੇ ਗੀਤ 'ਚ, ਨਾ ਕਿਸੇ ਕਹਾਣੀ 'ਚ, ਨਾ ਕਿਸੇ ਨਾਵਲ 'ਚ। 1980 ਦੇ ਵਿੱਚ ਜਦ ਮੈਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸਮਝ ਲੱਗੀ, ਤਦ ਮੈਨੂੰ ਅੰਬੇਡਕਰੀਆਂ ਦੀਆਂ ਲਿਖੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ। ਔਰ ਉਹਨਾਂ ਅੰਬੇਡਕਰੀਆਂ ਨੂੰ ਭਾਰਤ ਦੇ ਆਮ ਲੋਕ ਨਹੀਂ ਸੀ ਜਾਣਦੇ। ਕੋਈ ਜਾਣਦਾ ਸੀ, ਪਰ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਔਰ ਉਹਨਾਂ ਚੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਬਾ ਸਾਹਿਬ ਦੇ ਸੰਘਰਸ਼ ਤੋਂ ਬਾਅਦ ਜਿੰਨਾ ਕੋ ਪ੍ਰਾਪਤ ਕਰ ਸਕੇ, ਉਹਨਾਂ ਨੇ ਦੇਸ਼ ਦੀਆਂ ਮਨੋਵਾਦੀ ਪਾਰਟੀਆਂ ਦੇ ਝੋਲੀ 'ਚ ਪੈ ਕੇ ਉਹਨੂੰ ਵੇਚਤਾ। ਇਹ ਜਿਹੜਾ 1950 ਤੋਂ ਬਾਅਦ ਸਾਡਾ ਪੜ੍ਹਨਾ ਤੇ ਨੌਕਰੀ ਲੱਗਣਾ ਤੇ ਫਿਰ ਆਪਣੀ ਮੁਰਦਾਬਾਦ ਕਰਨਾ, ਮੈਂ ਇੱਥੇ ਇਨਕਲਾਬ ਦੀ ਗੱਲ ਨਹੀਂ ਕਰਦਾ, ਫਿਰ ਆਪਣੀ ਹੀ ਮੁਰਦਾਬਾਦ ਕਰਨਾ, ਦੇਸ਼ ਨੂੰ ਅੱਗੇ ਲਿਜਾਣ ਦੀ ਥਾਂ ਤੇ ਉਹਦੀ ਮੁਰਦਾਬਾਦ 'ਚ ਹੀ ਲੱਗੇ ਰਹਿਣਾ। ਉਹ ਸਾਰਾ ਸਮਾਂ ਜਿੰਨਾ ਵੱਧ ਤੋਂ ਵੱਧ ਮਿਲਦਾ ਉਹ ਆਪਣੇ ਲੋਕਤੰਤਰ ਦੀ, ਪ੍ਰਜਾਤੰਤਰ ਦੀ ਮੁਰਦਾਬਾਦ 'ਚ ਹੀ ਲਗਾਈ ਰੱਖਣਾ। ਇਹ ਸੀ ਸਾਡਾ ਇਨਕਲਾਬ। ਕਿਉਂ? ਕਿਉਂਕਿ ਸਾਨੂੰ ਸਮਝ ਹੀ ਨਹੀਂ ਸੀ, ਸਾਡੀ ਬੁੱਧੀ ਨੇ ਕੰਮ ਹੀ ਨਹੀਂ ਸੀ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਸਕੂਲ 'ਚ, ਕਾਲਜ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਯੂਨੀਵਰਸਿਟੀ 'ਚ ਕਿਸੇ ਨੇ ਨਹੀਂ ਦੱਸਿਆ। ਮੈਂ ਸੈਂਕੜੇ ਨਾਵਲ ਪੜ੍ਹੇ, ਸੈਂਕੜੇ ਕਹਾਣੀਆਂ ਪੜ੍ਹੀਆਂ, ਹਜ਼ਾਰਾਂ ਕਵਿਤਾਵਾਂ ਪੜ੍ਹੀਆਂ, ਬੇਸ਼ੁਮਾਰ ਕਵਿਤਾਵਾਂ ਲਿਖੀਆਂ, ਬੇਸ਼ੁਮਾਰ ਆਰਟੀਕਲ ਲਿਖੇ, ਬੇਸ਼ੁਮਾਰ ਲੋਕਾਂ ਨੂੰ ਪੜ੍ਹਿਆ, ਢੇਰਾਂ ਦੇ ਢੇਰ ਪੜ੍ਹਿਆ। ਮੈਂ ਕਿਤੇ ਵੀ ਜੋਤੀਰਾਓ ਫੁੱਲੇ, ਸ਼ਾਹੂ ਮਹਾਰਾਜ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਂ, ਇੱਥੋਂ ਤੱਕ ਕਿ ਭਾਰਤੀ ਸੰਵਿਧਾਨ ਦਾ ਨਾਂ ਵੀ ਸਾਨੂੰ ਕਿਤੇ ਨਹੀਂ ਲੱਭਦਾ ਸੀ। ਚਾਹੀਦਾ ਤਾਂ ਸਾਨੂੰ ਇਹੀ ਸੀ। ਸਾਨੂੰ ਤਾਂ ਇਹ ਨਹੀਂ ਸੀ ਪਤਾ ਕਿ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟ੍ਰਾਈਬ ਜਾਂ ਓਬੀਸੀ ਕਿਵੇਂ ਹੋ ਗਏ ਸੀ। SC ST OBC ਸ਼ਬਦ ਕਿੱਥੋਂ ਆ ਗਏ, ਇਹ ਸਾਨੂੰ ਨਹੀਂ ਸੀ ਪਤਾ। ਸਾਡਾ ਸ਼ਡਿਊਲਡ ਕਾਸਟ ਸਰਟੀਫਿਕੇਟ ਬਣਦਾ ਕਿਉਂ ਹੈ, ਔਰ ਇਹ ਵਿੱਦਿਆ 'ਚ ਤੇ ਨੌਕਰੀ 'ਚ ਕੰਮ ਕਿਵੇਂ ਆਉਂਦਾ, ਤਰੱਕੀ 'ਚ ਕੰਮ ਕਿਉਂ ਆਉਂਦਾ ਹੈ, ਇਹ ਸਾਡੀ ਖੋਪੜੀ ਤੋਂ ਬਾਹਰ ਸੀ ਸਾਰਾ ਕੁਝ। ਹਾਂ, ਅਸੀਂ ਜਿੰਨੇ ਵੀ ਪੜ੍ਹੇ ਉਹਨਾਂ 'ਚੋਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਨਕਲਾਬ ਜ਼ਰੂਰ ਕਰ ਨਿਕਲੇ। ਇਨਕਲਾਬ ਜਿੰਦਾਬਾਦ ਅਸੀਂ ਕਰਦੇ। ਮੈਨੂੰ ਲੱਗਦਾ ਕਿ ਅਸੀਂ ਆਪਣੀ ਮੁਰਦਾਬਾਦ ਕਰ ਰਹੇ ਸੀ। ਬੁਨਿਆਦੀ ਤੌਰ ਤੇ ਅਸੀਂ ਮੁਰਦਾ ਲੋਕ ਆਪਣੀ ਮੁਰਦਾਬਾਦ ਕਰ ਰਹੇ ਸੀ। ਨਾ ਤਾਂ ਸਾਨੂੰ ਦੇਸ਼ ਦਾ ਪਤਾ ਸੀ, ਨਾ ਸਾਨੂੰ ਜਾਤ ਪਾਤੀ ਢਾਂਚੇ ਦਾ ਪਤਾ ਸੀ, ਨਾ ਸਾਨੂੰ ਬ੍ਰਾਹਮਣਵਾਦ ਦਾ ਪਤਾ ਸੀ, ਨਾ ਸਾਨੂੰ 1848 ਦੇ ਇਨਕਲਾਬ ਦਾ ਪਤਾ ਸੀ, ਨਾ 1857 ਦੀ ਅਸਲੀਅਤ ਦਾ ਪਤਾ ਸੀ, ਨਾ ਸਾਨੂੰ ਆਰੀਆ ਸਮਾਜੀ ਲਹਿਰ ਦਾ ਪਤਾ ਸੀ, ਨਾ ਸਾਨੂੰ ਸ਼ਾਹੂ ਮਹਾਰਾਜ ਦਾ ਤੇ 1902 ਦੀ ਰਾਖਵਾਂਕਰਨ ਨੀਤੀ ਦਾ ਪਤਾ ਸੀ, ਨਾ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਦੁਨੀਆ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਮਨੁੱਖ ਹੋਣ ਦਾ ਪਤਾ ਸੀ, ਨਾ 1919 ਦੇ ਐਕਟ ਦਾ, ਔਰ ਨਾ 1919 ਦੇ ਐਕਟ ਦੇ ਵਿੱਚ ਸਾਡੇ ਨਾਂ ਦਰਜ ਹੋਣ ਦਾ ਪਤਾ ਸੀ। ਨਾ ਸਾਨੂੰ ਇਹ ਪਤਾ ਸੀ ਕਿ 1922 'ਚ ਹਿੰਦੂ ਮਹਾਸਭਾ ਕੋਈ ਚੀਜ਼ ਬਣੀ, ਜਾਂ 1922 'ਚ ਡਾਕਟਰ ਅੰਬੇਡਕਰ ਭਾਰਤ ਦੇ ਬਹੁਜਨ ਦੇ ਨੇਤਾ ਬਣੇ।
ਨਾ ਸਾਨੂੰ ਇਹ ਪਤਾ ਸੀ ਕਿ 1925 ਚ RSS ਕਿਉਂ ਬਣੀ, ਇਹ ਕੀ ਚੀਜ਼ ਹੈ। ਨਾ ਸਾਨੂੰ ਪਤਾ ਹੀ CPI ਕਿਉਂ ਬਣੀ, ਬ੍ਰਾਹਮਣਾਂ ਨੇ ਕਿਉਂ ਬਣਾਈ ਹੈ। ਨਾ ਸਾਨੂੰ ਇਹ ਪਤਾ ਸੀ ਕਿ 1925 ਚ ਸ਼੍ਰੋਮਣੀ ਕਮੇਟੀ ਬਣੀ। ਮੈਂ 1925 ਦੀ ਸ਼੍ਰੋਮਣੀ ਕਮੇਟੀ ਦਾ ਜ਼ਿਕਰ ਅੱਜ ਤੋਂ ਕੋਈ 17-18 ਸਾਲ ਪਹਿਲਾਂ ਆਪਣੇ ਇੱਕ ਆਰਟੀਕਲ 'ਚ ਕੀਤਾ, ਜਿਹੜਾ ਦੇਸ਼ ਪੰਜਾਬ 'ਚ ਛਪਿਆ। ਤੇ ਜਿਹੜੇ ਬੰਦੇ ਚੋਟੀ ਦੇ ਪੰਜਾਬੀ ਦੇ ਯਾਨੀ ਸਿੱਖ ਇਨਕਲਾਬੀ ਆਪਣੇ ਆਪ ਨੂੰ ਕਹਾਉਂਦੇ ਸੀ, ਉਹਨਾਂ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਮੇਰੇ ਤੋਂ ਕਿ ਸ਼੍ਰੋਮਣੀ ਕਮੇਟੀ 1925 ਚ ਬਣਾਈ ਗਈ। ਯਾਨੀ ਉਹ ਸਿੱਖ ਵਿਦਵਾਨ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਸਿੱਖ ਕਹਾਉਂਦੇ ਸੀ, ਉਹਨਾਂ ਨੂੰ ਪਹਿਲੀ ਵਾਰ ਮੇਰੇ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਕਦੋਂ ਹੋਣੀ ਚਾਹੀਏ। ਤੇ ਮੈਂ ਇਹਨਾਂ ਸਿੱਖਾਂ ਨੂੰ ਪਹਿਲੀ ਵਾਰ ਦੱਸਿਆ ਕਿ 1920 ਦੇ ਵਿੱਚ ਇਹ ਅਰਦਾਸ ਬਣੀ ਹੈ। ਯਾਨੀ ਸਥਿਤੀ ਸਾਡੀ ਇੰਨੀ ਭਿਆਨਕ ਸੀ। ਤਾਂ ਅਸੀਂ ਇਹ ਕਿਵੇਂ ਜਾਣ ਸਕਦੇ ਕਿ 25 ਦਸੰਬਰ 1927 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਮਨੂ ਸਿਮਰਤੀ ਨੂੰ ਸ਼ਰੇਆਮ ਜਲਾ ਦਿੱਤਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀਰੋ ਕਿ ਅਸੀਂ ਭਾਰਤ ਦੇ ਮਹਾਨ ਇਨਕਲਾਬ ਨੂੰ, ਸਮਾਜਿਕ ਇਨਕਲਾਬ ਨੂੰ, ਜਿਹਦੇ 'ਚ 100 ਕਰੋੜ ਲੋਕਾਂ ਦੀ ਮੁਕਤੀ ਲੁਕੀ ਹੋਈ ਹੈ, ਇਸ ਦੇਸ਼ ਦੀਆਂ ਸਾਰੀਆਂ ਔਰਤਾਂ ਦੀ ਮੁਕਤੀ ਲੁਕੀ ਹੋਈ ਹੈ, ਮਨੁੱਖੀ ਬਰਾਬਰੀ ਤੇ ਭਾਈਚਾਰਾ ਲੁਕਿਆ ਹੋਇਆ ਹੈ, ਪੂਰਾ ਦੇਸ਼ ਲੁਕਿਆ ਹੋਇਆ ਜਿਹਦੇ 'ਚ, ਉਸ ਗੱਲ ਨੂੰ ਅਸੀਂ ਨਹੀਂ ਸਮਝ ਸਕੇ। ਸਾਡੀਆਂ ਡਿਗਰੀਆਂ ਕਿਸੇ ਕੰਮ ਨਹੀਂ ਆਈਆਂ। ਮੈਂ ਲੋਕਾਂ ਨੂੰ ਅਕਸਰ ਕਿਹਾ ਕਰਦਾ 25-30 ਸਾਲ ਤੋਂ ਕਿ ਡਿਗਰੀਆਂ ਦਾ ਅਕਲ ਨਾਲ ਕੋਈ ਤਲਕ ਨਹੀਂ ਹੈ। ਕੋਈ IAS ਹੋ ਗਿਆ, IPS ਹੋ ਗਿਆ ਤਾਂ ਇਹਦਾ ਅਕਲ ਨਾਲ ਕੋਈ ਤਲਕ ਨਹੀਂ ਹੈ। ਇਹ ਤਾਂ ਰੋਟੀਆਂ ਨਾਲ ਤਲਕ ਹੈ, ਕੁਰਸੀ ਨਾਲ ਤਲਕ ਹੈ, ਅਕਲ ਨਾਲ ਨਹੀਂ ਹੈ। ਅਗਰ ਇਹਦਾ ਅਕਲ ਨਾਲ ਤਲਕ ਹੁੰਦਾ ਤਾਂ ਹਜ਼ਾਰਾਂ IAS, IPS, IRS, IFS, IA&AS ਲੋਕ ਜਿਹੜੇ ਆ ਉਹ ਸ਼ਡਿਊਲਡ ਕਾਸਟਾਂ ਚੋਂ ਪੈਦਾ ਹੋਏ ਆ ਪਿਛਲੇ 50-60 ਸਾਲ, 50-55 ਸਾਲ 'ਚ। ਔਰ ਉਹਨਾਂ ਨੇ ਅੱਜ ਤੱਕ ਪੂਰੇ ਭਾਰਤ 'ਚ ਕਦੇ ਆਪਣੇ ਆਪ ਨੂੰ ਸੰਗਠਿਤ ਨਹੀਂ ਕੀਤਾ, ਕਦੇ ਉਹਨਾਂ ਨੇ ਆਪਣੇ ਲੋਕਾਂ ਵਾਸਤੇ ਸੰਘਰਸ਼ ਨਹੀਂ ਕੀਤਾ, ਕਦੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ, ਚਾਹੇ ਉਹ IAS, IPS ਸੀ, ਚਾਹੇ ਦੂਸਰੇ ਅਫਸਰ ਸੀ, ਦੂਸਰੇ ਮਹਿਕਮਿਆਂ ਦੇ, ਉਹਨਾਂ 'ਚੋਂ 99.99% ਨੇ ਕਦੇ ਮੂੰਹ ਤੱਕ ਨਹੀਂ ਕੀਤਾ ਆਪਣੇ ਲੋਕਾਂ ਵੱਲੀ। ਇਹ ਉਹਨਾਂ ਦੀ ਅਕਲ ਦੀ ਪਛਾਣ ਹੈ। ਜਿਹੜੇ ਸਮਾਜ ਕਰਕੇ ਉਹ ਬਣੇ, ਜਿਸ ਸਮਾਜ ਦੇ ਨਾਂ ਤੇ ਬਣੇ, ਜਿਸ ਸਮਾਜ ਦਾ ਸਰਟੀਫਿਕੇਟ ਦੇ ਕੇ ਉਹ ਬਣੇ, ਉਸੇ ਸਮਾਜ ਵੱਲ ਪਿੱਠ ਕਰਕੇ ਉਹ ਅੱਜ ਵੀ ਖੜੇ ਆ, ਪੂਰੇ ਦੇਸ਼ 'ਚ ਖੜੇ ਆ। ਮੈਂ ਇਹਨਾਂ ਨੂੰ ਬਹੁਤ ਕਰੀਬ ਤੋਂ ਜਾਣਦਾ, ਮੈਂ ਇਹਨਾਂ ਨੂੰ ਬਹੁਤ ਕਰੀਬ ਤੋਂ ਦੇਖਿਆ। ਮੈਂ ਵੱਡੇ ਤੋਂ ਵੱਡੇ ਅਫਸਰ ਆ ਜਿਹੜੇ ਉਹ ਆਪਣੇ ਆਰ ਪਰਿਵਾਰ ਦੇ ਵਿੱਚ ਵੇਖੇ ਆ, ਜਾਣੇ ਆ, ਤੇ ਮੈਂ ਉਹਨਾਂ ਦੀ ਔਕਾਤ ਦੇਖੀ ਹੈ। ਜਾਣੀ ਉਹ ਰੋਟੀਆਂ ਤੋਂ ਅੱਗੇ, ਆਪਣੇ ਘਰ ਤੋਂ ਅੱਗੇ, ਆਪਣੇ ਧਨ ਦੌਲਤ ਕਮਾਉਣ ਤੋਂ ਅੱਗੇ, ਜਾਂ ਆਪਣੀ ਜਾਤ ਲੁਕਾਉਣ ਤੋਂ ਅੱਗੇ, ਆਪਣੇ ਸਮਾਜ ਵੱਲ ਪਿੱਠ ਕਰਕੇ ਖੜੇ ਰਹਿਣ ਤੋਂ ਅੱਗੇ, ਜਾਂ ਢੋਲਕੀਆਂ ਛੇਣੇ ਗੁਰਦੁਆਰਿਆਂ ਮੰਦਰਾਂ 'ਚ ਕੁੱਟਣ ਤੋਂ ਅੱਗੇ ਉਹਨਾਂ ਕੋਲ ਕੱਖ ਨਹੀਂ ਹੈ। ਦੇ ਨੋ ਨਥਿੰਗ। ਉਹਨਾਂ ਦੀਆਂ ਡਿਗਰੀਆਂ, ਉਹਨਾਂ ਦੇ ਇਮਤਿਹਾਨ, ਉਹ ਕੀ ਹੈ, ਖੁਦ ਕੀ ਹੈ, ਔਰ ਕਿਵੇਂ ਹੋਂਦ 'ਚ ਆ ਗਏ, ਉਹ ਕਿਵੇਂ ਇੱਥੋਂ ਤੱਕ ਪਹੁੰਚ ਗਏ। ਦੇ ਨੋ ਨਥਿੰਗ। ਇਦੋਂ ਵੀ ਭੈੜੀ ਗੱਲ ਹੈ ਕਿ ਉਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਅੰਬੇਡਕਰ ਕੌਣ ਹੈ, ਜੋਤੀ ਰਾਓ ਕੌਣ ਹੈ, ਸ਼ਾਹੂ ਛਤਰਪਤੀ ਕੌਣ ਹੈ, 1919 ਦਾ ਐਕਟ ਕੀ ਹੈ, ਭਾਰਤ ਦਾ ਸੰਵਿਧਾਨ ਕੀ ਹੈ,
ਭਾਰਤ ਦੇ ਸੰਵਿਧਾਨ ਦੇ ਬੁਨਿਆਦੀ ਅਧਿਕਾਰ ਕੀ ਹੈ, ਔਰ 340 41 42 ਧਾਰਾ ਕੀ ਹੈ ਜਿਹੜੀ ਸੰਵਿਧਾਨ ਦੀ ਹੈ। 15 ਕਸਰ 4 15 16 ਕਸਰ 4 15 ਕਸਰ 4 16 ਕਸਰ 4 ਧਾਰਾਵਾਂ ਜਿਹੜੀਆਂ ਇਹ ਸੰਵਿਧਾਨ ਦੀਆਂ ਕੀ ਹੈ। ਉਹ ਨਹੀਂ ਜਾਣਦੇ ਕਿ ਭਾਰਤ ਦਾ ਸੰਵਿਧਾਨ ਹੈ ਕੀ, ਔਰ ਉਹਦਾ ਜਿਹੜਾ ਪ੍ਰਸਤਾਵਨਾ ਉਹਦੀ ਉਹ ਕੀ ਹੈ। ਇਹਨਾਂ ਚੋਂ 99% ਨੇ ਤਾਂ ਕਦੇ ਸੰਵਿਧਾਨ ਵੇਖਿਆ ਹੀ ਨਹੀਂ ਹੈ। ਐਸੀ ਸਥਿਤੀ 'ਚ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਘਰਸ਼ ਦੀ ਚਰਚਾ ਕਰ ਰਿਹਾ ਤਾਂ ਮੈਂ ਤਾਂ ਹਵਾ 'ਚ ਤਲਵਾਰਾਂ ਮਾਰ ਰਿਹਾ ਭਾਈ, ਮੈਂ ਤਾਂ ਪਾਣੀ ਤੇ ਸੋਟੀਆਂ ਮਾਰ ਰਿਹਾ, ਹਵਾ ਦੇ ਉੱਤੇ ਅੱਖਰ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਪਾਣੀ ਦੇ ਉੱਤੇ ਅੱਖਰ ਹਰਫ ਲਿਖਣ ਦੀ ਕੋਸ਼ਿਸ਼ ਕਰ ਰਿਹਾ। ਮੇਰੀਆਂ ਹਵਾ ਚਲਾਈਆਂ ਡਾਂਗਾ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈ। ਸਾਡੇ ਲੋਕਾਂ ਨੂੰ 2017 ਤੱਕ ਆਪਣੀ ਅਕਲ ਦੀ ਸਮਝ ਨਹੀਂ ਲੱਗੀ, ਆਪਣੀ ਮੱਤ ਦੀ ਸਮਝ ਨਹੀਂ ਲੱਗੀ, ਆਪਣੇ ਪੁਰਖਿਆਂ ਦੀ ਸਮਝ ਨਹੀਂ ਲੱਗੀ। ਪਰ ਬ੍ਰਾਹਮਣ 1848 ਤੋਂ ਤੁਰੰਤ ਬਾਅਦ 1857 ਦਾ ਗਦਰ ਕਰਦਾ ਹੈ। ਉਹ ਸਾਰੇ ਦੇ ਸਾਰੇ ਮੁਗਲ ਤੇ ਬ੍ਰਾਹਮਣ ਸੀ ਜਿਨ੍ਹਾਂ ਨੇ 1857 ਦਾ ਗਦਰ ਕੀਤਾ। ਉਹਨਾਂ ਦੀ ਆਜ਼ਾਦੀ ਦੀ ਲੜਾਈ ਹੈ, ਅਸੀਂ ਉਹ ਸ਼ਾਮਲ ਨਹੀਂ ਹੈ। ਅਸੀਂ ਤਾਂ ਸਿਰਫ ਭੜਕਾ ਕੇ ਮਾਰੇ ਗਏ। ਜਿਹੜੇ ਮੰਗਲ ਪਾਂਡੇ ਦੀਆਂ ਗੱਲਾਂ ਤੁਸੀਂ ਵਾਰਾਂ ਗਾਉਂਦੇ ਆ, ਅੱਜ ਬੁੜੇ ਹੋ ਗਏ ਆ, ਉਸ ਮੰਗਲ ਪਾਂਡੇ ਨੇ ਸਾਡੇ ਪੁਰਖੇ ਨੂੰ, ਜਿਹਦਾ ਨਾਂ ਛੋਟਾ ਨਾਂ ਸੀ ਸਾਡੀ ਜਾਤੀ ਦਾ ਆਦਮੀ, ਇੱਕ ਨੀਚ ਜਾਤੀ ਦਾ ਆਦਮੀ, ਉਹਨੇ ਉਹ ਤੋਂ ਪਾਣੀ ਮੰਗਿਆ ਸੀ ਔਰ ਉਹ ਮੰਗਲ ਪਾਂਡੇ ਨੇ ਪਾਣੀ ਨਹੀਂ ਦਿੱਤਾ ਉਹਨੂੰ। ਔਰ ਉਹ ਹੀਰੋ ਕਿਵੇਂ ਹੋ ਸਕਦਾ ਦੇਸ਼ ਦਾ? ਜਿਹੜਾ ਬੰਦਾ ਆਪਣੇ ਦੇਸ਼ ਦੇ ਕਿਸੇ ਵਸਨੀਕ ਨੂੰ 2 ਬੂੰਦ ਪਾਣੀ ਦੇਣ ਨੂੰ ਤਿਆਰ ਨਹੀਂ ਹੈ ਔਰ ਉਹਨੂੰ ਨੀਚ ਸਮਝਦਾ ਹੈ, ਇੱਕੋ ਫੈਕਟਰੀ 'ਚ ਕੰਮ ਕਰਦਾ ਹੈ, ਤਾਂ ਉਹ ਹੀਰੋ ਕਿਵੇਂ ਹੋ ਗਿਆ ਸਮਾਜ ਦਾ? ਉਹ ਨਾਇਕ ਕਿਵੇਂ ਹੋ ਗਿਆ? ਸਾਨੂੰ ਤਾਂ ਇਹੀ ਨਹੀਂ ਸਮਝ ਲੱਗੀ ਅਜੇ ਤੱਕ ਕੋਈ ਨਾਇਕ ਕਿਵੇਂ ਹੈ ਸਾਡਾ। ਔਰ ਉਹ ਬੰਦਾ ਸ਼ਾਇਦ ਮਾਤਾ ਦੀਨ ਉਹਦਾ ਨਾਂ ਸੀ, ਕੁਝ ਇਸ ਤਰ੍ਹਾਂ ਦਾ ਨਾਂ ਸੀ ਉਹਦਾ। ਉਹੀ ਬੰਦਾ ਉਹਨੂੰ ਕਹਿੰਦਾ ਹੈ, ਉਹ ਕਹਿੰਦਾ ਤੂੰ ਪਾਣੀ ਦੇਣ ਨੂੰ ਤਿਆਰ ਨਹੀਂ ਪੰਡਤਾ, ਰੋਜ਼ ਤੂੰ ਗਾਂ ਦੀ ਚਰਬੀ ਜਿਹੜੀ ਉਹ ਮੂੰਹ ਨਾਲ ਖੋਲਦਾ ਹੈ। ਇਹ ਅਸਲੀ ਕਹਾਣੀ 1857 ਦੀ, ਜਿਹਦਾ ਬਹਾਨਾ ਬਣਾ ਕੇ ਬ੍ਰਾਹਮਣ ਨੇ ਅੰਗਰੇਜ਼ਾਂ ਤੇ ਹਮਲਾ ਕੀਤਾ। ਇਹ ਅਸਲ ਕਹਾਣੀ ਹੈ। ਜਾਣੀ ਉਸ ਬੰਦੇ ਦੇ ਚਿਤਾਰਨ ਤੇ ਕਿ ਤੂੰ ਮੈਨੂੰ ਪਾਣੀ ਦੇ ਕੇ ਤਾਂ ਰਾਜੀ ਨਹੀਂ ਹੈ, ਪਰ ਅੰਗਰੇਜ਼ਾਂ ਦੇ ਗਊ ਨਾਲ ਦੇ ਚਰਬੀ ਲੱਗੀ ਹੋਈ ਜਿਹੜੀ ਜਿਨ੍ਹਾਂ ਨੂੰ ਕਾਰਤੂਸਾਂ ਨੂੰ ਉਹ ਮੂੰਹ ਨਾਲ ਪੱਟਦਾ ਹੈ ਜਾਂ ਮੂੰਹ ਨਾਲ ਜੋੜਦਾ ਹੈ, ਤੂੰ ਏਡੀ ਤੇਰੀ ਔਕਾਤ ਹੈ। ਉਹਦੇ ਇੰਨਾ ਕਹਿਣ ਤੋਂ ਬਾਅਦ 1857 ਦਾ ਗਦਰ ਸ਼ੁਰੂ ਹੋਇਆ। ਬਹਾਨਾ ਬਣਾਇਆ ਬ੍ਰਾਹਮਣਾਂ ਨੇ ਕਿ ਲੜਨ ਦਾ ਬਹਾਨਾ ਇਸ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਇਹ ਆਰੀਆ ਸਮਾਜ ਲਹਿਰ ਜਿਹੜੀ ਹੈ ਉਹ ਜੋਤੀਰਾਓ ਫੂਲੇ ਨੂੰ ਰੋਕਣ ਵਾਸਤੇ ਚੱਲੀ। ਪੰਜਾਬ ਦੇ ਵਿੱਚ ਸਿੱਖਾਂ ਦੀ ਲਹਿਰ ਜਿਹੜੀ ਹੈ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਦੋਨਾਂ ਦੀ ਬਦੌਲਤ ਹੋਂਦ 'ਚ ਆਈ। ਉਹ ਸਿੱਖ ਇਨਕਲਾਬ ਦੁਬਾਰਾ ਸ਼ੁਰੂ ਹੋਇਆ। ਉਹਨੂੰ ਰੋਕਣ ਦੀ ਖਾਤਰ ਆਰੀਆ ਸਮਾਜੀ ਲਹਿਰ ਖੜੀ ਹੋਈ। ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਿਹਾ ਕਿ 1902 'ਚ ਜਦੋਂ ਸ਼ਾਹੂ ਮਹਾਰਾਜ ਨੇ 50% ਰਾਖਵਾਂਕਰਨ ਲਾਗੂ ਕੀਤਾ ਤਾਂ ਸਭ ਤੋਂ ਜ਼ਿਆਦਾ ਤਕਲੀਫ ਬ੍ਰਾਹਮਣਾਂ ਨੂੰ ਹੋਈ। ਬਾਲ ਗੰਗਾਧਰ ਤਿਲਕ ਨੇ ਰੱਜ ਕੇ ਵਿਰੋਧ ਕੀਤਾ। ਇੱਥੋਂ ਤੱਕ ਕਿ ਸ਼ਾਹੂ ਮਹਾਰਾਜ ਤੇ ਮੁਕੱਦਮੇ ਦਰਜ ਕੀਤੇ ਗਏ ਔਰ ਸ਼ਾਹੂ ਮਹਾਰਾਜ ਨੂੰ 3 ਵਾਰ ਮਾਰਨ ਦੀ ਕੋਸ਼ਿਸ਼ ਕੀਤੀ। 2 ਵਾਰੀ ਬੰਬ ਰੱਖਿਆ ਗਿਆ ਰਸਤੇ 'ਚ ਔਰ 1 ਵਾਰੀ ਪਿਸਤੌਲ ਲੈ ਕੇ ਇੱਕ ਬ੍ਰਾਹਮਣ ਹੈ ਜਿਹੜਾ ਉਹ ਗੋਲੀ ਮਾਰਨ ਗਿਆ ਔਰ ਬਾਲ ਗੰਗਾਧਰ ਤਿਲਕ ਉਹਨਾਂ ਦੀ ਕਮਾਂਡ ਕਰ ਰਿਹਾ ਸੀ।
ਇਹਦੇ ਬਾਵਜੂਦ ਵੀ 1919 ਦਾ ਐਕਟ ਜਿਹੜਾ ਹੈਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਕੇ, ਸਈਆ ਜੀ ਮਹਾਰਾਜ ਕਰਕੇ ਔਰ ਸ਼ਾਹੂ ਮਹਾਰਾਜ ਕਰਕੇ 1919 ਦੇ ਐਕਟ ਦੇ ਵਿੱਚ ਦਬੀਆਂ ਕੁਚਲੀਆਂ ਜਾਤੀਆਂ ਦਾ ਨਾਂ ਦਰਜ ਹੁੰਦਾ ਹੈ। ਇਹ ਸਾਡੇ ਲੋਕਾਂ ਨੂੰ ਤਾਂ ਅੱਜ ਤੱਕ ਨਹੀਂ ਪਤਾ। ਆਈਐਸ ਨੂੰ ਪੁੱਛ ਕੇ ਦੇਖੋ ਜਰਾ, ਕਿਸੇ ਨੂੰ, ਕਿਸੇ ਆਈਪੀਐਸ ਨੂੰ ਪੁੱਛ ਕੇ ਦੇਖੋ। 99% ਬੰਦੇ ਜਿਹੜੇ ਆ ਇਹ ਵੱਡੇ ਵੱਡੇ ਅਫਸਰ ਆ ਜਿਹੜੇ ਦੇਸ਼ ਦੇ ਸ਼ਡਿਊਲਡ ਕਾਸਟ ਜਾਂ ਪਛੜੀ ਜਾਤੀ ਦੇ, ਇਹਨਾਂ ਨੂੰ ਪੁੱਛ ਕੇ ਵੇਖੋ ਕਿ 1919 ਦਾ ਐਕਟ ਜਾਣਦੇ ਹੋ ਕੀ ਹੁੰਦਾ। ਪਰ ਬ੍ਰਾਹਮਣ ਜਾਣਦਾ ਹੈ ਕਿ ਉਹਨਾਂ ਦੀ ਜੜ੍ਹਾਂ ਨੂੰ ਦਾਤੀ ਪੈਗੀ। ਬ੍ਰਾਹਮਣ ਜਾਣਦਾ ਸੀ। ਇਸੇ ਕਰਕੇ ਉਹਨੇ 1922 ਦੇ ਵਿੱਚ ਡਾਕਟਰ ਅੰਬੇਡਕਰ ਦੇ ਮੁਕਾਬਲੇ 'ਚ ਹਿੰਦੂ ਮਹਾਸਭਾ ਖੜੀ ਕੀਤੀ। ਇਸੇ ਕਰਕੇ ਉਹਨੇ 1925 ਦੇ ਵਿੱਚ RSS ਖੜੀ ਕੀਤੀ। ਇਸੇ ਕਰਕੇ ਉਹਨੇ 1925 ਦੇ CPI ਬਣਾਈ ਤਾਂ ਕਿ ਡਾਕਟਰ ਅੰਬੇਡਕਰ ਦਾ ਆਉਣ ਵਾਲਾ ਇਨਕਲਾਬ ਆ ਜਿਹੜਾ, ਉਹਦਾ ਮੁਕਾਬਲਾ ਕੀਤਾ ਜਾ ਸਕੇ। ਇਸੇ ਕਰਕੇ ਹੀ ਸ਼੍ਰੋਮਣੀ ਕਮੇਟੀ ਖੜੀ ਹੋਈ, ਜਿਹਦਾ ਬਾਅਦ 'ਚ ਲਿੰਕ ਕਰੂੰਗਾ ਮੈਂ। ਜਦੋਂ ਬਾਬਾ ਸਾਹਿਬ ਨੇ 1927 'ਚ ਮਨੂ ਸਿਮਰਤੀ ਜਲਾਈ ਤਾਂ ਤੁਸੀਂ ਕੀ ਸਮਝਦੇ ਆ ਕਿ ਬ੍ਰਾਹਮਣ ਨੂੰ ਪਤਾ ਨਹੀਂ ਕੀ ਹੋ ਰਿਹਾ। ਹੁਣ ਇੱਕ ਪਾਸੇ ਅੰਗਰੇਜ਼ ਦਾ ਸ਼ਾਸਕ ਹੈ, ਦੂਜੇ ਪਾਸੇ ਇਸ ਦੇਸ਼ ਦੇ ਦਬੇ ਕੁਚਲੇ ਲੋਕ ਹੈ ਡਾਕਟਰ ਅੰਬੇਡਕਰ ਦੀ ਕਮਾਂਡ ਹੇਠ, ਸ਼ਾਹੂ ਮਹਾਰਾਜ ਦੀ ਕਮਾਂਡ ਹੇਠ ਔਰ ਜੋਤੀਰਾਓ ਫੂਲੇ ਦੀ ਜਿਹੜੀ ਵਿਚਾਰਧਾਰਾ ਉਹਨੂੰ ਲੈ ਕੇ ਅੱਗੇ ਵਧ ਰਹੇ ਆ। ਤੇ ਤੀਜੇ ਪਾਸੇ ਬ੍ਰਾਹਮਣ ਹੈ, ਹਿੰਦੂ ਹੈ, ਹਿੰਦੂ ਮਹਾਸਭਾ ਹੈ, RSS ਹੈ। ਲੜਾਈ ਕਿਹਦੀ ਹੈ? ਕੀ ਅੰਗਰੇਜ਼ਾਂ ਨਾਲ ਲੜਾਈ ਹੈ? ਬਾਲ ਗੰਗਾਧਰ ਤਿਲਕ ਕਹਿੰਦਾ ਕਿ ਅੰਗਰੇਜ਼ੀ ਰਾਜ ਦਾ ਸੂਰਜ ਹਮੇਸ਼ਾ ਚੜ੍ਹਿਆ ਰਹੇ। ਇਹ ਉਹਦੇ ਰਿਕਾਰਡ ਦੇ ਵਿੱਚ ਆ। ਪਰ ਉਹਨੂੰ ਸਵਰਾਜ ਚਾਹੀਦਾ। ਸਵਰਾਜ ਕਹੇ ਜਾ ਕਿ ਬ੍ਰਾਹਮਣਾਂ ਨੂੰ ਹਿੱਸੇਦਾਰੀ ਚਾਹੀਦੀ ਹੈ। ਬਸ ਕਹਾਣੀ ਖਤਮ। ਇੱਥੇ ਅਸੀਂ ਰੱਟੇ ਲਗਾ ਰੱਖਿਆ ਕਿ ਉਹ ਬੰਦਾ ਜਿਹੜਾ ਹੈਗਾ ਉਹ ਭਾਰਤ ਦੇ ਵਾਸਤੇ ਇੱਕ ਬਹੁਤ ਵੱਡਾ ਯੋਧਾ ਹੈ, ਮਹਾਨਾਇਕ ਹੈ। ਕਿ ਸਾਨੂੰ ਕਿਉਂ ਨਹੀਂ ਪਤਾ ਲੱਗਿਆ? ਕਿਉਂਕਿ ਅਸੀਂ ਖੋਪੜੀ ਦੀ ਵਰਤੋਂ ਕੀਤੀ ਹੀ ਨਹੀਂ। ਅਸੀਂ ਤਾਂ ਰੋਟੀਆਂ ਖਾਧੀਆਂ ਰੱਜ ਰੱਜ ਕੇ। ਜਿਹੜਾ ਭੁੱਖਾ ਸੀ ਉਹਨੂੰ ਰੋਟੀਆਂ ਮਿਲ ਗਈਆਂ, ਉਹ ਰੋਟੀਆਂ ਤੇ ਲਿਟ ਗਿਆ। ਜਿਹੜਾ ਨੰਗਾ ਸੀ ਉਹਨੂੰ ਕੱਪੜੇ ਮਿਲ ਗਏ, ਰੱਜ ਰੱਜ ਕੇ ਕੱਪੜੇ ਤੇ ਲਿਟ ਗਿਆ। ਜਿਹਦੇ ਕੋਲ ਘਰ ਘਾਟ ਨਹੀਂ ਸੀ, ਝੁੱਗੀ ਝੌਂਪੜੀ ਸੀ, ਕੱਚਾ ਕੋਠਾ ਸੀ, ਉਹ ਕੋਠੀਆਂ ਤੋਂ, ਮਹਿਲਾਂ ਤੋਂ ਅੱਗੇ ਨਿਕਲ ਗਿਆ, ਬੰਗਲਿਆਂ ਤੱਕ ਨਿਕਲ ਗਿਆ। ਤੇ ਜਿਹੜਾ ਗਧਿਆਂ ਤੇ ਕੁੱਤਿਆਂ ਤੇ ਝੂਟੇ ਲੈਂਦਾ ਸੀ, ਉਹ ਵੱਡੀਆਂ ਵੱਡੀਆਂ ਕਾਰਾਂ ਤੇ ਚੜ੍ਹ ਗਿਆ। ਉਹਨੂੰ ਲੋੜ ਵੀ ਕੀ ਹੈ ਸੋਚਣ ਦੀ? ਜਿਹੜਾ ਨੱਕ ਝੱਗੇ ਨਾਲ ਪੂੰਝਦਾ ਸੀ, ਉਹਦੇ ਜਵਾਕ ਤਾਂ ਮਲਾਈਆਂ ਖਾਣ ਲੱਗ ਗਏ ਔਰ ਉਹ ਖੁਦ ਅਰਿਸਟੋਕਰੇਟ ਦੀਆਂ ਬੋਤਲਾਂ ਰੋਜ਼ ਉਡਾਉਣ ਲੱਗ ਗਿਆ, ਮੁਰਗੇ ਉਡਾਉਣ ਲੱਗ ਗਿਆ। ਉਹਨੂੰ ਕੀ ਜ਼ਰੂਰਤ ਪਈ ਹੈ ਕਿ ਉਹ ਖਾਮਖਾ ਸਮਾਜ ਦੀਆਂ ਗੱਲਾਂ ਕਰੇ? ਪਰ ਬਾਬਾ ਸਾਹਿਬ ਨੇ ਕਦੇ ਚੇਤੇ ਨਹੀਂ ਕੀਤਾ। ਦੁਨੀਆ ਦਾ ਮਹਾਨ ਵਿਅਕਤੀ ਹੋ ਕੇ ਵੀ ਉਹਨੇ ਆਪਣੇ ਲੋਕਾਂ ਨੂੰ ਕਦੇ ਭੁਲਾਇਆ ਨਹੀਂ, ਆਪਣੀਆਂ ਡਿਗਰੀਆਂ ਦਾ ਮਾਣ ਨਹੀਂ ਕੀਤਾ। ਸ਼ਾਹੂ ਮਹਾਰਾਜ ਕੋਲਾਪੁਰ ਰਿਆਸਤ ਦੇ ਮਾਲਕ ਹੈ ਤੇ ਰਾਜੇ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਅੰਤਮ ਹੁੰਦਾ ਹੈ, ਜੋ ਉਹਨੇ ਹੁਕਮ ਕਰਤਾ। ਔਰ ਉਹ ਆਦਮੀ ਕਹਿ ਰਿਹਾ ਕਿ ਮੇਰੇ ਰਾਜ ਦੀ ਹਰ ਚੀਜ਼ ਮੇਰੇ ਲੋਕਾਂ ਦੀ ਹੈ, ਮੈਂ ਕੁਰਬਾਨ ਕਰ ਜਾਵਾਂਗਾ ਇਹ ਸਾਰੀ ਚੀਜ਼। ਔਰ ਉਹਨਾਂ ਨੇ ਮਰਨ ਤੋਂ ਪਹਿਲਾਂ ਕਿਹਾ ਵੀ ਕਿ ਮੇਰੇ ਲੋਕੋ, ਮੈਂ ਜੋ ਕੁਛ ਮੇਰੇ ਕੋਲ ਸੀ ਮੈਂ ਤੁਹਾਡੇ ਤੋਂ ਕੁਰਬਾਨ ਕਰ ਚੱਲਿਆ ਹਾਂ। ਮੇਰੀ ਜ਼ਿੰਦਗੀ ਜ਼ਿਆਦਾ ਬਚੀ ਨਹੀਂ ਹੈ ਹੁਣ। ਇਸ ਕਰਕੇ ਮੈਂ ਡਾਕਟਰ ਅੰਬੇਡਕਰ ਨੂੰ ਤੁਹਾਡਾ ਹੱਥ ਫੜਾ ਕੇ ਚੱਲਿਆ ਔਰ ਇਹ ਯਕੀਨ ਕਰਦਾ ਹੈ ਕਿ ਇਹ ਜੰਜੀਰਾਂ ਤੋੜ ਦੇਗਾ, ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਤੋੜ ਦੇਗਾ। ਔਰ ਜੋਤੀਰਾਓ ਫੂਲੇ ਨੂੰ, ਦਾਦੀ ਮਾਂ ਨੂੰ ਬਾਪ ਨੇ ਘਰੋਂ ਕੱਢਤਾ, ਬਿਨਾਂ ਭਾਂਡਿਆਂ ਤੋਂ, ਬਿਨਾਂ ਕੱਪੜੇ ਤੋਂ, ਬਿਨਾਂ ਕੋਈ ਚੀਜ਼ ਜੇਬ 'ਚ ਲਏ ਬਿਨਾਂ ਉਹਨਾਂ ਨੂੰ ਬਾਹਰ ਕੱਢਤਾ ਬ੍ਰਾਹਮਣ ਦੇ ਕਹੇ ਤੇ। ਸਾਡੇ ਤਾਂ ਕਦੇ ਚਿੱਤ ਚੇਤੇ ਹੀ ਨਹੀਂ, ਫਰਿਸ਼ਤਿਆਂ ਦੇ ਚਿੱਤ ਚੇਤੇ ਨਹੀਂ ਹੈ। ਬਾਬਾ ਸਾਹਿਬ ਜੋਤੀਰਾਓ ਫੂਲੇ ਦੀ ਰੂਹ ਹੈ, ਸ਼ਾਹੂ ਮਹਾਰਾਜ ਦੀ ਰੂਹ ਹੈ ਉਹ।
ਉਹ ਸਈਆ ਜੀ ਮਹਾਰਾਜ ਦੀ ਰੂਹ ਹੈ, ਔਰ ਉਹਦੇ ਅੰਦਰ ਜਿਹੜਾ ਦਰਦ ਹੈ ਉਹ ਬਚਪਨ ਦਾ, ਉਹ ਜਾਂਦਾ ਨਹੀਂ ਹੈ, ਉਹ ਲੜ ਰਿਹਾ। ਤੇ ਉਹਦੇ ਖਿਲਾਫ ਕੌਣ ਲੜ ਰਿਹਾ? ਇਸ ਦੇਸ਼ ਦਾ ਹਿੰਦੂ ਲੜ ਰਿਹਾ, ਬ੍ਰਾਹਮਣ ਲੜ ਰਿਹਾ। ਔਰ ਹਿੰਦੂ ਬ੍ਰਾਹਮਣ ਨੂੰ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੋਚੋ, ਅੰਗਰੇਜ਼ਾਂ ਦੇ ਖਿਲਾਫ ਨਹੀਂ ਲੜ ਰਿਹਾ, ਉਹ ਦਲਿਤ ਪਛੜਿਆਂ ਦੀ, ਬਹੁਜਨ ਦੀ, ਸ਼ੂਦਰਾਂ ਦੀ ਲਹਿਰ ਦੇ ਖਿਲਾਫ ਲੜ ਰਿਹਾ ਕਿ ਹੋਰ ਜੋ ਮਰਜ਼ੀ ਹੋ ਜਾਏ, ਇਹ ਨਹੀਂ ਉੱਠਣੇ ਚਾਹੀਦੇ। ਮੰਦਰਾਂ ਦੀਆਂ ਟੱਲੀਆਂ ਖੜਕਾਉਣ ਵਾਲਿਓ, ਢੋਲਕੀਆਂ ਛੇਣੇ ਕੁੱਟਣ ਵਾਲਿਓ, ਆਪਣੇ ਭਗਵਾਨ ਦੇ ਘਰ ਜਾ ਕੇ ਘੁੰਗਰੂ ਪਾ ਕੇ ਨੱਚਣ ਵਾਲਿਓ, ਸੜੇ ਹੋਏ ਪਾਣੀਆਂ 'ਚ ਡੁੱਬ ਕੇ ਆਪਣੇ ਆਪ ਨੂੰ ਪਵਿੱਤਰ ਸਮਝਣ ਵਾਲਿਓ, ਕਦੇ ਸੋਚ ਕੇ ਵੇਖਿਓ ਕਿ ਤੁਹਾਡੇ ਨਾਲ ਹਜ਼ਾਰਾਂ ਸਾਲ ਜਿਹਨੇ ਕੁੱਤੇ ਖਾਣੀ ਕੀਤੀ ਹੈ, ਰੱਜ ਕੇ ਔਰਤਾਂ ਨਾਲ ਤੇ ਆਦਮੀ ਨਾਲ ਕੁੱਤੇ ਖਾਣੀ ਕੀਤੀ ਹੈ, ਤੁਹਾਡੀ ਰੋਟੀ ਖੋਲੀ, ਤੁਹਾਡੇ ਕੱਪੜੇ ਖੋਲੇ, ਤੁਹਾਡਾ ਘਰ ਖੋਲਿਆ, ਤੁਹਾਡੀ ਜ਼ਮੀਨ ਖੋਲੀ, ਤੁਹਾਡੀ ਇੱਜ਼ਤ ਖੋਲੀ, ਤੁਹਾਡਾ ਮਾਂ ਭੈਣ ਦਾ, ਤੁਹਾਡੀ ਦਾ ਜੀਵ ਜਿਹੜਾ ਮਾਣ ਸਨਮਾਨ ਖੋਲਿਆ, ਜਿਹਨੇ ਤੁਹਾਨੂੰ ਚੱਕ ਕੇ ਬਸਤੀਆਂ 'ਚੋਂ ਕਚਰੇ 'ਤੇ ਮਾਰਿਆ, ਤੁਸੀਂ ਉਹਦੀਆਂ ਟੱਲੀਆਂ ਖੜਕਾਉਂਦੇ ਹੋ, ਉਹਦੇ ਭਜਨ ਕੀਰਤਨ ਕਰਦੇ ਹੋ, ਉਹਦੇ ਬੂਹਿਆਂ ਮੂਹਰੇ ਘੁੰਗਰੂ ਬਣ ਕੇ ਨੱਚਦੇ ਹੋ, ਤਾਂ ਮੇਰਾ ਖਿਆਲ ਹੈ ਬਸ਼ਰਮੀ ਦੀ ਹੋਰ ਕੋਈ ਪਛਾਣ ਨਹੀਂ ਹੁੰਦੀ। ਹੁਣ 1927 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਮਨੂ ਸਿਮਰਤੀ ਜਲਾਉਂਦੇ ਆ ਤਾਂ ਉਹਨਾਂ ਦੇ ਅੰਦਰ ਦਾ ਇਨਕਲਾਬ ਪ੍ਰਗਟ ਹੋ ਜਾਂਦਾ ਹੈ। ਇਹ ਗੱਲ ਸਾਡੀ ਸਮਝ ਨਹੀਂ ਪਈ, ਸਾਡੇ ਸਮਾਜ ਦੀ ਸਮਝ ਨਹੀਂ ਪਈ। ਬ੍ਰਾਹਮਣ ਜਾਣਦਾ ਹੈ ਕਿ ਕੀ ਹੋਣ ਵਾਲਾ ਹੈ, ਬ੍ਰਾਹਮਣ ਉਹਦੇ ਮੁਕਾਬਲੇ 'ਚ ਤਿਆਰ ਹੋ ਗਿਆ ਹੈ। ਹਿੰਦੂ ਮਹਾਸਭਾ ਬਣਾ ਲਈ, RSS ਬਣਾ ਲਈ, CPI ਬਣਾ ਲਈ, ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਹੋਂਦ 'ਚ ਆ ਗਈ ਹੈ। ਉਹ ਜਾਣਦਾ ਹੈ ਕਿ ਅਸੀਂ ਕੀ ਕਰਨਾ ਹੈ। ਇੱਧਰ ਮਨੂ ਸਿਮਰਤੀ ਜਲਾਈ ਜਾਂਦੀ ਹੈ 25 ਦਸੰਬਰ ਨੂੰ, ਕ੍ਰਿਸਮਸ ਵਾਲੇ ਦਿਨ, ਔਰ ਦੂਸਰੀ ਤਰਫ 1928 ਦੇ ਵਿੱਚ ਸਾਈਮਨ ਕਮਿਸ਼ਨ ਭੇਜਿਆ ਜਾਂਦਾ ਹੈ ਭਾਰਤ ਦੀ ਗੋਰੀ ਸਰਕਾਰ ਵੱਲੋਂ, ਬਰਤਾਨਵੀ ਸਰਕਾਰ ਵੱਲੋਂ ਸਾਈਮਨ ਕਮਿਸ਼ਨ ਭੇਜਿਆ ਜਾਂਦਾ ਹੈ 1928 'ਚ, ਔਰ ਜਿਹਦੀ ਮੁਰਦਾਬਾਦ ਕਰਦੇ ਆ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ, ਭਗਤ ਸਿੰਘ, ਔਰ ਉਹਦੀ ਸਾਰੀ ਕਾਂਗਰਸ, ਕਮਿਊਨਿਸਟ ਪਾਰਟੀ, ਇਹ ਸਾਰੇ ਦੇ ਸਾਰੇ ਮੁਰਦਾਬਾਦ ਕਰਦੇ ਆ। ਧੁਰ ਸ਼ੁਰੂ ਹੋਣ ਤੋਂ ਕਲਕੱਤੇ ਦੀ ਬੰਦਰਗਾਹ ਤੋਂ ਲੈ ਕੇ ਲਾਹੌਰ ਤੱਕ ਮੁਰਦਾਬਾਦ ਕਰਦੇ ਆ ਇਹ। ਤੇ ਜਿਹੜੇ ਬੰਦੇ ਸਵਾਗਤ ਕਰਦੇ ਆ ਉਹਨਾਂ 'ਚ ਤਿੰਨਾਂ ਦਾ ਨਾਂ ਲਊਂਗਾ ਮੈਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਸਵਾਗਤ ਕਰਦੇ ਆ, ਸਰ ਆਗਾ ਖਾਨ ਸਵਾਗਤ ਕਰਦੇ ਆ, ਸਰ ਛੋਟੂ ਰਾਮ ਜਾਟ ਸਵਾਗਤ ਕਰਦਾ ਹੈ। ਪੰਜਾਬ ਦੇ ਜੱਟ ਸਵਾਗਤ ਨਹੀਂ ਕਰਦੇ, ਪੰਜਾਬ ਦੇ ਸਿੱਖ ਸਵਾਗਤ ਨਹੀਂ ਕਰਦੇ। ਉਹ ਤਾਂ ਲਾਲਾ ਲਾਜਪਤ ਰਾਏ ਦੇ ਆਦਮੀ ਹੈ ਸਾਰੇ ਦੇ ਸਾਰੇ। ਸਵਾਗਤ ਕੌਣ ਕਰਦਾ? ਜਾਟ ਛੋਟੂ ਰਾਮ, ਜਿਹਦੇ ਕਰਕੇ ਜੱਟਾਂ ਨੂੰ ਜ਼ਮੀਨਾਂ ਮਿਲੀਆਂ, ਉਹ ਸਵਾਗਤ ਕਰਦਾ। ਹੁਣ ਸਵਾਗਤ ਕਰਨ ਵਾਲੇ ਕੌਣ ਹੈ? ਸ਼ੂਦਰ। ਤੇ ਮੁਰਦਾਬਾਦ ਕਰਨ ਵਾਲੇ ਕੌਣ ਹੈ? ਸਾਰੇ ਹਿੰਦੂ। ਇਹ ਹੈ ਅਸਲੀ ਕਹਾਣੀ। ਸਾਰੇ ਹਿੰਦੂ ਇੱਕ ਪਾਸੇ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਆ, ਗੋ ਬੈਕ ਕਹਿ ਰਹੇ ਆ। ਇੱਕ ਮੁਸਲਮਾਨ ਤੇ 2 ਸ਼ੂਦਰ, ਉਹਨਾਂ 'ਚ ਹੋਰ ਵੀ ਆਦਮੀ ਸ਼ਾਮਲ ਹੈ, ਉਹ ਮੁੱਠੀ ਪਰ ਲੋਕ ਉਹ ਸਵਾਗਤ ਕਰਦੇ ਆ। ਤੇ ਸਾਨੂੰ ਬਦਦਮਾਗਾਂ ਨੂੰ 2017 ਤੱਕ ਨਹੀਂ ਪਤਾ ਲੱਗਿਆ ਕਿ ਸਾਈਮਨ ਕਮਿਸ਼ਨ ਕਿਉਂ ਆਇਆ। 1919 ਦੇ ਐਕਟ 'ਚ ਦਰਜ ਹੈ
कि 10 साल बाद भारत सरकार एक कमिशन का गठन करेगी, जिहड़ा कमिशन 10 साल बाद की रिपोर्ट देगा कि की तब्दीली आई है भारतीय समाज अंदर, जानी भारत के गैर हिंदू समाज अंदर की तब्दीली आई है। गैर हिंदू कौन सी? दलित, एससी लोग, पछड़े, आदिवासी, सिख, मुसलमान ते एंग्लो इंडियन, ये 5 किस्म के लोग सी भारत दे, जिन्हां वास्ते साइमन कमिशन 10 साल बाद आया। ये सिखां नूं भी सुना दिओ जरा मेरी गल भाई, ये जिहड़े अज तक नक ते मक्खी नहीं बहन दिंदे, इन्हां नूं भी दस दिओ जरा कि 1919 के एक्ट च दर्ज है कि 10 साल बाद एक कमिशन सरकार बिठाएगी, जिहड़ी रिपोर्ट देगा कि 10 साल की तब्दीली आई है की नहीं आई। हुण इहदी तकलीफ, इहदी ढिड पीड़ किहनूं होई? गांधी दी जमात नूं, नेहरू दी जमात नूं, पटेल दी जमात नूं, लाला लाजपत राय दी जमात नूं ते सिखां दी जमात नूं। देखो अजीब किस्म की बात कि सिख लाला लाजपत राय नाल आर्या समाजी बने, और आर्या समाजी बन के इन्होंने साइमन कमिशन की मुर्दाबाद की। उस मुर्दाबाद दे विच एक कहानी घड़ी गई कि लाला लाजपत नूं डांगा बजियां ते डांगा करके उसदी मौत हुई, और उसदी मौत का बदला लैण वास्ते ये भगत सिंह ने बेकसूर लोगों को गोली मारी। चन्नन सिंह नूं गोली मारी, वो भी बेकसूर, और एक सांडर शायद एक नूं गोली मारनी सी, उन्होंने ली बजी, दूजे नूं गोली मारती जिहड़ा बेकसूर सी। जदों कि लाला लाजपत राय लाहौर दे विच उहदे डांगा ही नहीं बजियां, उन्हें गदर पार्टी का पैसा बाहरों लिया और वो खा गया, हड़प कर गया। और इसका सबूत की है कि मास्टर तारा सिंह ने लाला लाजपत राय नूं चिट्ठियां लिखियां बकायदा कि साडा पैसा लिया कित्थे है गदर पार्टी का। और उस भय दे विच इहनूं हार्ट अटैक होया, लाला लाजपत राय नूं डांगा नहीं बचियां। ये सबूत बकायदा तौर पर यह है कि मास्टर तारा सिंह ने उन्होंने चिट्ठियां लिखियां, और वो चिट्ठियां अज भी लोगों कोल है। हुण साडा सवाल इत्थे आ गया कि ये जिहड़े सर छोटू राम है, जां डॉक्टर अंबेडकर है, जां आगा खान है, ये स्वागत क्यों करते हैं? क्योंकि उन्होंने पता कि हकीकत की है साइमन कमिशन की। ते गांधी नेहरू की जमात लाला लाजपत राय की जमात विरोध क्यों करती है? क्योंकि उन्हें पता है कि साइमन कमिशन क्यों आया है। साइमन कमिशन ने रिपोर्ट दी बरतानवी सरकार नूं कि भारत के आम लोगों के हालात, सिखां दे, मुसलमानों के, ईसाइयां, एंग्लो इंडियनां दे, दबे कुचले लोगों के की है, यदी रिपोर्ट दी। क्यों रिपोर्ट दी? क्योंकि 1919 के एक्ट च दर्ज है कि दबियां कुचलियां जातियां उन्हों की आइडेंटिफिकेशन होंगी है 1919 के एक्ट च, पछाण होंगी उन्होंने, रिकोगनिशन होंगी उन्होंने, 2000 साल बाद उन्होंने पछाण होंगी है। और उसे एक्ट च दर्ज है कि 10 साल बाद
ਬਰਤਾਨਵੀ ਸਰਕਾਰ ਆਪਣਾ ਕਮਿਸ਼ਨ ਭੇਜ ਕੇ ਰਿਪੋਰਟ ਮੰਗਾਏਗੀ ਕਿ ਇੰਨੇ ਸਾਲਾਂ 'ਚ ਇਹਨਾਂ ਦਾ ਅਦਲ ਬਦਲ ਕੀ ਹੋਇਆ ਹੈ, ਜੀਵਨ ਦੇ ਵਿੱਚ ਕੀ ਬਦਲਿਆ ਹੈ। ਹੁਣ ਮੇਰੇ ਵੀਰੋ, ਤੁਸੀਂ ਸਾਈਮਨ ਕਮਿਸ਼ਨ ਤੱਕ ਆ ਗਏ ਹੋ, ਤੇ ਸਾਈਮਨ ਕਮਿਸ਼ਨ ਤੱਕ ਜਿਹੜਾ ਇਤਿਹਾਸ ਹੈ ਉਹਦੇ ਚੋਂ ਬਹੁਤ ਕੁਝ ਪੜ੍ਹਦੇ ਵੀ ਰਹੇ ਹੋ, ਤੁਸੀਂ ਜਾਣਦੇ ਕੀ ਹੋ? ਸਵਾਲ ਇਹ ਹੈ, ਜਾਣਦੇ ਕੀ ਹੋ? ਕਿਸ ਨੂੰ ਕੀ ਪਤਾ ਹੈ? ਜੇ ਤੁਸੀਂ ਥੋੜੇ ਲੋਕ ਜਾਣਦੇ ਹੋ, ਉਹ ਵੀ ਵਾਮਸੇਵ ਦੇ ਮਾਧਿਅਮ ਤੋਂ ਜਾਣਦੇ ਹੋ, ਤੇ ਜਿਨ੍ਹਾਂ ਨੇ ਵਾਮਸੇਵ ਨਾਲ ਦੁਸ਼ਮਣੀ ਕੀਤੀ ਹੈ, ਜਿਨ੍ਹਾਂ ਨੇ ਹਜ਼ਾਰਾਂ ਜਥੇਬੰਦੀਆਂ ਡਾਕਟਰ ਅੰਬੇਡਕਰ ਦੇ ਨਾਂ ਤੇ ਖੜਿਆ ਕਰਕੇ ਵਾਮਸੇਵ ਨੂੰ ਪੈਰਾਂ ਹੇਠ ਲਤਾੜਿਆ, ਅੱਗੇ ਨਹੀਂ ਵਧਣ ਦਿੱਤਾ, ਅੜਿੱਕੇ ਬਣ ਕੇ ਰਹੇ, ਮੂਹਰੇ ਪੱਥਰ ਬਣ ਕੇ ਡਿੱਗੇ, ਉਹਨਾਂ ਬੰਦਿਆਂ ਨੂੰ ਪੁੱਛੋ, ਤੁਹਾਨੂੰ ਪਤਾ ਇਹ ਚੀਜ਼ ਦਾ? ਤੁਸੀਂ ਜਾਣਦੇ ਹੋ ਇਸ ਚੀਜ਼ ਨੂੰ? ਤੁਸੀਂ ਇਹ ਸੱਚ ਜਾਣਿਆ ਕਦੇ? ਤੁਸੀਂ ਕਿਤੇ ਸੱਚ ਪੜ੍ਹਿਆ ਹੈ? ਕਦੇ ਇਹ ਸੱਚ ਸੁਣਿਆ? ਕਦੇ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਕਿ ਤੁਹਾਡਾ ਸਮਾਜ ਕੀ ਹੈ ਔਰ ਤੁਸੀਂ ਕੀ ਹੈ? ਤੁਹਾਡੇ ਪੁਰਖੇ ਕੀ ਹੈ ਤੇ ਉਹਨਾਂ ਨੇ ਕੀਤਾ ਕੀ ਹੈ? ਤੁਹਾਡਾ ਦੁਸ਼ਮਣ ਕੌਣ ਹੈ ਤੇ ਦੁਸ਼ਮਣ ਤੁਹਾਨੂੰ ਪੈਰ ਤੇ ਕਿਵੇਂ ਨਿਪਟਦਾ ਹੈ? ਕਿਵੇਂ ਪੈਰਾਂ ਹੇਠ, ਬੂਟਾਂ ਹੇਠ ਦਰੜਦਾ, ਤੁਹਾਨੂੰ ਕਦੇ ਸੋਚ ਕੇ ਵੇਖਿਆ? ਅਗਰ ਤੁਸੀਂ ਡਾਕਟਰ ਅੰਬੇਡਕਰ ਦਾ ਸੰਘਰਸ਼ ਵੇਖਣਾ ਹੈ ਤਾਂ ਤੁਹਾਨੂੰ ਇਹਨਾਂ ਗੱਲਾਂ 'ਚ ਲੱਭੇਗਾ ਅੰਬੇਡਕਰ ਤੁਹਾਨੂੰ ਇਹਨਾਂ ਗੱਲਾਂ 'ਚ ਲੱਭੇਗਾ। ਇੱਕ ਮਨੁੱਖ ਦੇਸ਼ ਦੇ ਬ੍ਰਾਹਮਣਵਾਦ ਨਾਲ ਟਕਰਾ ਰਿਹਾ, ਇੱਕ ਮਨੁੱਖ, ਤੇ ਅਸੀਂ 2 ਕਰੋੜ ਤਾਂ ਮੁਲਾਜ਼ਮ ਲੱਗੇ ਹਾਂ 26 ਜਨਵਰੀ 1950 ਤੋਂ ਬਾਅਦ। ਕਿੱਥੇ ਆ ਤੁਸੀਂ? ਕਿੱਥੇ ਆ? ਜਰਾ ਦੱਸੋ ਕਿ ਕਿੱਥੇ ਆ ਮੈਂ? ਤੁਹਾਡੀ ਹੋਂਦ ਕੀ ਹੈ? ਜੇ ਕੁਛ ਹਜ਼ਾਰ ਅੰਬੇਡਕਰੀ ਲੋਕ ਜਿਹੜੇ ਲਗਭਗ 1970 78 79 ਤੋਂ ਬਾਅਦ ਹੋਂਦ 'ਚ ਆਏ, ਜਿਨ੍ਹਾਂ ਨੇ 80 ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ, ਉਹ ਹਜ਼ਾਰਾਂ ਲੋਕਾਂ ਤੋਂ ਬਿਨਾਂ ਬਾਕੀ ਕਿੱਥੇ ਹੈ? ਤੇ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਤੁਸੀਂ ਖੋਟੇ ਪੈਸੇ ਸਮਝਿਆ, ਦੁੱਕੀ ਦੇ ਬੰਦੇ ਨਹੀਂ ਸਮਝਿਆ ਉਹਨਾਂ ਨੂੰ। ਗੱਲ ਇੱਥੋਂ ਤੱਕ ਗਈ ਕਿ ਜਿਨ੍ਹਾਂ ਦੀ ਬਦੌਲਤ ਦੇਸ਼ ਅੰਦਰ ਰਾਜਨੀਤਿਕ ਪਰਿਵਰਤਨ ਹੋਇਆ ਤੇ ਮਾਮੂਲੀ ਆਦਮੀ ਰਾਜਨੀਤੀ ਦੇ ਵਿੱਚ ਚਮਕੇ, ਉਹਨਾਂ ਲੋਕਾਂ ਨੇ ਹੀ ਅੰਬੇਡਕਰ ਦੇ ਸੰਘਰਸ਼ ਨੂੰ ਰੋਲ ਕੇ ਰੱਖਤਾ। ਪੜ੍ਹਿਆ ਲਿਖਿਆ ਨੇ ਵੀ, ਤੇ ਇਹ ਜਿਹੜੇ ਰਾਜਨੀਤੀ ਕਰਦੇ ਇਹਨਾਂ ਨੇ ਵੀ, ਇਹਨਾਂ ਨੇ ਅੰਬੇਡਕਰ ਦੇ ਸੰਘਰਸ਼ ਨੂੰ ਮਿੱਟੀ 'ਚ ਮਿਲਾ ਕੇ ਰੱਖਿਆ। ਜਿਹੜੇ ਕਾਂਗਰਸ 'ਚ ਬੈਠਦੇ ਆ, ਅਕਾਲੀਆਂ 'ਚ ਬੈਠਦੇ ਆ, ਜਿਹੜੇ ਬੀਜੇਪੀ 'ਚ ਬੈਠਦੇ ਆ, ਔਰ ਜਿਹੜੇ RSS ਦੀਆਂ ਡਾਂਗਾਂ ਚੱਕੀ ਫਿਰਦੇ ਆ, ਕਿਰਪਾਨਾਂ ਚੱਕੀ ਫਿਰਦੇ ਆ, ਜਿਹੜੇ ਕਮਿਊਨਿਸਟ ਬਣੇ ਹੋਏ ਆ ਬਹੁਤ ਸਾਰੇ ਲੋਕ, ਇਹ ਸਾਰੇ ਲਗਭਗ ਇੱਕੋ ਜਿਹੀ ਜਿਹੜੀ ਇੱਕੋ ਜਿਹੀ ਭੂਮੀ ਹੈ ਇਹਨਾਂ ਦੀ, ਇੱਕੋ ਜਿਹਾ ਕਰਮ ਹੈ ਇਹਨਾਂ ਦਾ, ਇੱਕੋ ਜਿਹੀ ਦੇਣ ਹੈ ਇਹਨਾਂ ਦੀ ਸਮਾਜ ਨੂੰ। ਜੇ ਬਾਬਾ ਸਾਹਿਬ ਦੇ ਡਾਕਟਰ ਅੰਬੇਡਕਰ ਦੇ ਸੰਘਰਸ਼ ਨੂੰ ਔਰ ਭਾਰਤੀ ਸੰਵਿਧਾਨ ਨੂੰ ਸਮਝਿਆ ਹੁੰਦਾ ਤੇ ਇਸੇ ਨੂੰ ਭਾਰਤ ਦੇ ਵਿੱਚ ਲੱਖਾਂ ਪਿੰਡਾਂ 'ਚ ਢੋ ਦਿੱਤਾ ਜਾਂਦਾ। ਇਹ 2 ਕਰੋੜ ਮੁਲਾਜ਼ਮ ਆ ਜਿਹੜੇ ਇਹੀ ਇਕੱਲੇ ਸਾਰੇ ਦੇ ਸਾਰੇ ਸਮਾਜ ਨੂੰ ਬਣਾਉਣ ਤੇ ਲੱਗੇ ਰਹਿੰਦੇ ਤਾਂ ਅੱਜ ਨੂੰ ਦਿੱਲੀ ਦਾ ਤਖਤ ਆ ਜਿਹੜਾ ਇਹਨਾਂ ਦੇ ਪੈਰਾਂ 'ਚ ਹੁੰਦਾ।
ਮੈਂ ਸੰਘਰਸ਼ ਦੀਆਂ ਬੁਨਿਆਦਾਂ ਤੁਹਾਡੇ ਸਾਹਮਣੇ ਰੱਖ ਰਿਹਾ। ਜਿਸ ਮਨੁੱਖ ਨੂੰ ਸੰਘਰਸ਼ ਦੀਆਂ ਮੂਲ ਬੁਨਿਆਦਾਂ ਦਾ ਪਤਾ ਨਾ ਹੋਵੇ, ਉਹ ਆਦਰਸ਼ ਨੂੰ ਵੀ ਨਹੀਂ ਸਮਝ ਸਕਦਾ। ਅਗਰ ਮੈਨੂੰ ਕੋਈ ਗੱਲ ਦੀ ਸਮਝ ਲੱਗੀ ਹੈ ਤਾਂ ਮੇਰੇ ਪੂਰੇ 50 ਸਾਲ ਲੱਗ ਗਏ ਇਸ ਗੱਲ ਨੂੰ ਸਮਝਣ ਤੇ। ਮੇਰੀ ਜਵਾਨੀ ਜਾਣੀ ਕਾਲਜ ਤੱਕ ਪਹੁੰਚਣ ਵੇਲੇ ਤੱਕ 15-16 ਸਾਲ, 17 ਸਾਲ ਜਾਂ 18 ਸਾਲ, 20 ਸਾਲ ਜਿਹੜੇ ਆ ਜਵਾਨੀ ਦੇ, ਇਹਨੂੰ ਬਾਹਰ ਕੱਢ ਦਿਓ। ਬਾਕੀ ਸਾਰਾ ਸਮਾਂ ਮੇਰਾ ਭਾਰਤੀ ਸਮਾਜ ਨੂੰ ਸਮਝਣ ਤੇ ਲੱਗ ਗਿਆ। ਹਜ਼ਾਰਾਂ ਚੋਟੀ ਦੀਆਂ ਪੁਸਤਕਾਂ ਪੜ੍ਹੀਆਂ ਮੈਂ, ਪੂਰਾ ਬ੍ਰਾਹਮਣ ਨੂੰ ਪੜ੍ਹਿਆ ਮੈਂ, 2-3 ਵਾਰੀ ਕੁਰਾਨ ਸ਼ਰੀਫ ਪੜ੍ਹੀ ਆ ਮੈਂ, ਘੱਟੋ ਘੱਟ 15, 20, 25 ਵਾਰ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਸਾਰੇ ਦਾ ਸਾਰਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਤੋਂ ਬਿਨਾਂ ਜਾਣੀ ਉਹਦਾ ਨਾਂ, ਜੋਤੀਰਾਓ ਫੂਲੇ ਦਾ ਨਾਂ, ਦਾਦੀ ਮਾਂ ਦਾ ਨਾਂ, ਸ਼ਾਹੂ ਮਹਾਰਾਜ ਦਾ ਨਾਂ, ਭਗਵਾਨ ਬੁੱਧ ਦਾ ਨਾਂ, ਸੰਤ ਕਬੀਰ ਦਾ ਨਾਂ, ਜਾਂ ਆਪਣੇ ਪੁਰਖੇ ਆ ਗੁਰੂ ਨਾਨਕ ਦਾ ਨਾਂ, ਜਿੰਨਾ ਚਿਰ ਮੈਨੂੰ ਚੇਤੇ ਨਾ ਆਵੇ ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਆਪਣੇ ਪੁਰਖਿਆਂ ਨੂੰ ਯਾਦ ਕਰੇ ਬਿਨਾਂ ਉੱਠਦਾ ਨਹੀਂ, ਔਰ ਯਾਦ ਕੀਤੇ ਬਿਨਾਂ ਸੌਂਦਾ ਨਹੀਂ। ਮੈਨੂੰ ਆਪਣੇ ਆਪ ਚੋਂ ਜਾਣੀ ਮੈਂ ਆਪਣਾ ਆਪ ਗਵਾ ਲੈਂਦਾ ਜਦੋਂ ਮੈਂ ਆਪਣੇ ਪੁਰਖਿਆਂ ਤੋਂ ਪਾਸੇ ਖੜਨ ਦਾ ਕੋਈ ਮੈਨੂੰ ਟਾਈਮ ਮਿਲ ਜਾਂਦਾ ਹੈ। ਗਲਤੀ ਨਾਲ ਮੈਂ ਕਿਤੇ ਇੱਧਰ ਉੱਧਰ ਮੂੰਹ ਕਰ ਲਵਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੇਰਾ ਜ਼ਿੰਦਗੀ 'ਚੋਂ ਕੁਝ ਗੁਆਚ ਗਿਆ। ਇਸੇ ਕਰਕੇ ਮੈਂ ਬੋਲ ਰਿਹਾ ਤੇ ਮੈਂ ਉਹਨਾਂ ਬਰੀਕੀਆਂ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਦੀ ਸਮਝ ਸਾਨੂੰ ਆ ਜਾਣੀ ਚਾਹੀਦੀ ਸੀ। ਕਿੱਡੇ ਬਦਨਸੀਬ ਹੈ, ਮੈਂ ਬਦਨਸੀਬ ਹੈ ਕਿ ਜਿਹਨੂੰ ਰੋਕਿਆ ਗਿਆ, ਸਮਾਜ 'ਚ ਅੱਗੇ ਵਧਣ ਤੋਂ ਰੋਕਿਆ ਗਿਆ। ਦੁਸ਼ਮਣ ਦਾ ਕੰਮ ਸਾਡੇ ਲੋਕਾਂ ਨੇ, ਮੇਰੇ ਭਰਾਵਾਂ ਨੇ ਕੀਤਾ। ਹਜ਼ਾਰਾਂ ਲੋਕ, ਮੈਂ ਇੱਥੇ ਬੈਠਾ ਹੁਣ ਨਾਂ ਲੈ ਦਿੰਦਾ ਉਹਨਾਂ ਦਾ, ਹਜ਼ਾਰਾਂ ਲੋਕਾਂ ਦਾ ਜਿਨ੍ਹਾਂ ਨੇ ਮੂਹਰੇ ਖੜ ਖੜ ਕੇ ਨੱਚੇ ਔਰ ਜਿਨ੍ਹਾਂ ਨੇ ਮੈਨੂੰ ਰੋਕਿਆ, ਔਰ ਉਹ ਨੇਤਾ ਵੀ ਬਣੇ। ਮੇਰੇ ਸਾਹਮਣੇ ਖੜ ਕੇ ਨੱਚੇ, ਮੈਨੂੰ ਰੋਕਿਆ ਵੀ, ਔਰ ਦੁਸ਼ਮਣ ਨੇ ਉਹਨਾਂ ਨੂੰ ਨੇਤਾ ਵੀ ਬਣਾਇਆ। ਦੁਸ਼ਮਣ ਦੀ ਘੋੜੀ ਤੇ ਵੀ ਬੈਠੇ ਹੋ ਸਿਹਰੇ ਬੰਨ ਕੇ। ਉਹ ਕਿਤੇ ਚਲੇ ਨਹੀਂ ਗਏ, ਇਸੇ ਧਰਤੀ ਤੇ ਹੈ, ਮੇਰੇ ਸਾਹਮਣੇ, ਮੇਰੇ ਸਮਾਜ 'ਚ ਜਿਉ ਰਿਹਾ। ਇਹ ਦੁਖਾਂਤ ਹੈ ਸਾਡਾ, ਇਹ ਹਰ ਯੁੱਗ ਦੀ ਕਹਾਣੀ ਹੈ ਸਾਡੀ। ਤੁਸੀਂ ਰਿਗਵੇਦ ਕਾਲ ਤੋਂ ਪੜ੍ਹਨਾ ਸ਼ੁਰੂ ਕਰੋ। ਰਿਗਵੇਦ ਦੇ ਵਿੱਚ 10 ਰਾਜੇ ਹੈ, ਕਸ਼ੇਤਰੀ ਰਾਜੇ, ਜਿਨ੍ਹਾਂ ਨੇ ਇੰਦਰ ਦਾ ਤੇ ਵਿਸ਼ਨੂੰ ਦਾ ਸਾਥ ਦਿੱਤਾ ਔਰ ਆਪਦੇ ਲੋਕਾਂ ਨੂੰ ਵਢਾਇਆ, ਅੱਗਾਂ ਲਵਾਈਆਂ, ਹਰਾਇਆ, ਔਰ ਉਹਨਾਂ ਦੀ ਸਾਰੀ ਜ਼ਮੀਨ ਹੈ ਜਿਹੜੀ ਉਹ ਆਰੀਆਂ ਦੇ ਹਵਾਲੇ ਕੀਤੀ। 10 ਕਸ਼ੇਤਰੀ ਰਾਜੇ ਆ ਉਹ। ਭਾਰਤੀ ਲੋਕ ਨੀਚ ਕੇ ਵਿਮਣ 'ਚ ਉਹਨਾਂ ਦਾ ਨਾਂ ਦਰਜ ਕੀਤਾ ਮੈਂ, ਉਹਨਾਂ ਗਦਾਰਾਂ ਦਾ। 10 ਕਸ਼ੇਤਰੀ ਗਦਾਰ ਰਾਜੇ, ਕਿਸੇ ਨੂੰ ਪਤਾ ਹੈ? ਕਿਸੇ ਨੇ ਕਦੇ ਉਹਨਾਂ ਦਾ ਨਾਂ ਚੇਤੇ ਕੀਤਾ? ਤਾਂ ਮੇਰਾ ਅੱਜ ਦਾ ਸਿਰਫ ਇੰਨਾ ਹੀ ਕਹਿਣਾ ਵੀਰੋ ਕਿ ਜਿਸ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਵੀ ਅਸੀਂ ਪੂਰਾ ਜਾਣ ਨਹੀਂ ਸਕੇ ਔਰ ਅਸੀਂ ਕੋਸ਼ਿਸ਼ ਨਹੀਂ ਕੀਤੀ, ਔਰ ਉਹ ਜਾਣੇ ਬਿਨਾਂ ਅਸੀਂ ਜਦੋਂ ਅੱਗੇ ਸੰਘਰਸ਼ ਕਰਾਂਗੇ ਤਾਂ ਕਮਜ਼ੋਰ ਰਹੇਗਾ ਸਾਡਾ ਸੰਘਰਸ਼, ਬਹੁਤ ਕਮਜ਼ੋਰ ਰਹੇਗਾ। ਸੋ ਮੇਰੇ ਵੀਰੋ, ਮੈਂ ਅੰਤ 'ਚ ਦੁਬਾਰਾ ਇਹ ਗੱਲ ਪੂਰੀ ਕਰਨਾ ਚਾਹੁੰਦਾ ਹਾਂ ਕਿ ਬ੍ਰਾਹਮਣ ਦੇ ਮੁਕਾਬਲੇ 'ਚ ਜਿਹੜਾ ਬਹੁਤ ਖੂਬੀ ਨਾਲ, ਬਹੁਤ ਨਿਪੁੰਨਤਾ ਨਾਲ ਆਪਣੇ ਰਸਤੇ ਬਣਾਉਂਦਾ ਹੈ, ਕਤਲ ਵੀ ਕਰਦਾ ਤਾਂ ਪਤਾ ਨਹੀਂ ਲੱਗਣ ਦਿੰਦਾ, ਕਦੇ ਆਪਣੇ ਨੇੜੇ ਤੱਤੀ ਹਵਾ ਨਹੀਂ ਲੰਘਣ ਦਿੰਦਾ,
ਔਰ ਮੁੱਠੀ ਭਰ ਹੋ ਕੇ ਵੀ ਦੇਸ਼ ਦੇ 100 ਕਰੋੜ ਲੋਕਾਂ ਨੂੰ ਆਪਣੇ ਪੈਰਾਂ ਥੱਲੇ ਕੁਚਲ ਕੇ ਰੱਖਦਾ ਹੈ। ਉਹਦੀ ਇੰਨੀ ਕਾਬਲੀਅਤ ਹੈ ਜਿਹੜੀ, ਉਹ ਸਾਡੇ ਵਾਸਤੇ ਬਹੁਤ ਹੈ ਸਬਕ ਸਿੱਖਣ ਵਾਸਤੇ। ਤੇ ਅਸੀਂ ਕੌਣ ਆ? ਅਸੀਂ ਤਾਂ ਉਹਨਾਂ ਖੌਰੀ ਸਾਨਾਂ ਵਰਗੇ ਆ ਜਿਹੜੇ ਜਦੋਂ ਭੂਸਰਦੇ ਆ ਤਾਂ ਰੂੜੀ 'ਚ ਸਿਰ ਦੇ ਲੈਂਦੇ ਆ, ਰੂੜੀ 'ਚ ਸਿਰ ਦੇ ਕੇ ਉਹਨੂੰ ਉਡਾਉਂਦੇ ਆ। ਆਪਣਾ ਪਿੰਡਾ ਵੀ ਭਰ ਲੈਂਦੇ ਗੰਦਮੰਦ ਨਾਲ, ਤੇ ਜਿਹੜਾ ਆਉਂਦਾ ਜਾਂਦਾ ਨਾਲ ਲੰਘਦਾ ਉਹਦੇ ਤੇ ਵੀ ਸਿੱਟ ਦਿੰਦੇ ਆ। ਤੇ ਫਿਰ ਗਲੀਓ ਗਲੀ ਆਪਣੇ ਸਿਰ ਤੇ ਗੰਦ ਟੰਗੀ ਤੇ ਸੜੇ ਗਲੇ ਬਲਖੀਆਂ ਤੇ ਲਿਫਾਫੇ ਟੰਗੀ ਉਹ ਪਿੰਡ 'ਚ ਘੁੰਮਦਾ ਰਹਿੰਦਾ ਸੀ। ਇਹੋ ਜਿਹੇ ਖੌਰੀ ਸਾਨ ਹੈ ਇਹ ਸ਼ੂਦਰ ਲੋਕ। ਇਹ ਚਾਹੇ ਦਲਿਤ ਜਾਤੀ ਦੇ ਲੋਕ ਹੋਣ, ਚਾਹੇ ਪਛੜੀ ਜਾਤੀ ਦੇ ਲੋਕ ਹੋਣ, ਚਾਹੇ ਸਿੱਖ ਹੋਣ, ਇਹ ਖੌਰੀ ਸਾਨਾ ਵਰਗੇ ਆ ਸਾਰੇ। ਖੇਡ ਆਉਂਦੇ ਆ, ਆਪਣਾ ਪਿੰਡਾ ਵੀ ਭਰ ਲੈਂਦੇ ਆ, ਅਗਲੇ ਨੂੰ ਵੀ ਨਹੀਂ ਬਖਸ਼ਦੇ। ਅਸੀਂ ਬ੍ਰਾਹਮਣ ਦਾ ਮੁਕਾਬਲਾ ਬ੍ਰਾਹਮਣ ਵਰਗੇ ਤੇ ਬ੍ਰਾਹਮਣ ਤੋਂ ਉੱਚੇ ਹੋ ਕੇ ਕਰ ਸਕਦੇ ਹਾਂ। ਔਰ ਇਹਦਾ ਸਬੂਤ ਕੀ ਹੈ? ਇਹਦਾ ਸਬੂਤ ਹੈ ਦਾਦਾ ਸਾਹਿਬ ਜੋਤੀ ਰਾਓ ਫੂਲੇ, ਇਹਦਾ ਸਬੂਤ ਹੈ ਦਾਦੀ ਮਾਂ ਸਵਿਤਰੀ ਬਾਈ, ਇਹਦਾ ਸਬੂਤ ਹੈ ਗਿਆਨੀ ਦਿੱਤ ਸਿੰਘ, ਇਹਦਾ ਸਬੂਤ ਹੈ ਪ੍ਰੋਫੈਸਰ ਗੁਰਮੁਖ ਸਿੰਘ, ਇਹਦਾ ਸਬੂਤ ਹੈ ਸ਼ਾਹੂ ਮਹਾਰਾਜ, ਇਹਦਾ ਸਬੂਤ ਹੈ ਸਈਆ ਜੀ ਮਹਾਰਾਜ, ਔਰ ਇਹਦਾ ਸਬੂਤ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ। ਜਿਨ੍ਹਾਂ ਨੇ 100 ਸਾਲ ਸੰਘਰਸ਼ ਕਰਕੇ ਇਹੋ ਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਮੇਰਾ ਖਿਆਲ ਹੈ ਦੁਨੀਆ ਦਾ ਕੋਈ ਇਨਕਲਾਬ ਨਹੀਂ ਕਰ ਸਕਿਆ। ਮੈਂ ਰਸ਼ੀਆ ਦੇ ਇਨਕਲਾਬ ਨੂੰ ਵੀ ਜਾਣਦਾ, ਮੈਂ ਚਾਈਨਾ ਦੇ ਇਨਕਲਾਬ ਨੂੰ ਵੀ ਜਾਣਦਾ, ਮੈਂ ਫਰਾਂਸ ਦੇ ਇਨਕਲਾਬ ਨੂੰ ਵੀ ਜਾਣਦਾ, ਮੈਂ ਅਮਰੀਕਾ ਦੇ ਕਾਲੇ ਇਨਕਲਾਬ ਜਾਣੀ ਜਿਹਦੇ 'ਚ ਓਬਾਮਾ ਪੈਦਾ ਹੋਇਆ ਉਸ ਨੂੰ ਵੀ ਜਾਣਦਾ। ਅਸੀਂ ਕੀ ਕੀਤਾ ਹੈ? ਅਸੀਂ ਤਾਂ ਸੱਚ ਜਾਣਿਆ ਤੱਕ ਨਹੀਂ, ਸੱਚ ਪੜ੍ਹਿਆ ਹੀ ਨਹੀਂ, ਤੇ ਸਾਨੂੰ ਸੱਚ ਬੋਲਣ ਵਾਲਿਆਂ ਤੋਂ ਨਫ਼ਰਤ ਹੈ, ਘਿਰਨਾ ਕਰਦੇ ਹਾਂ। ਸੱਚ ਲਿਖਣ ਵਾਲਿਆਂ ਨੂੰ ਘਿਰਨਾ ਕਰਦੇ ਹਾਂ ਅਸੀਂ, ਔਰ ਜੋ ਸਾਡੇ ਮੂੰਹ 'ਚ ਆਉਂਦਾ ਹੈ ਅਸੀਂ ਸੜਿਆ ਗਲਿਆ ਸਭ ਕੁਛ ਬੋਲ ਦਿੰਦੇ ਹਾਂ। ਜੇ ਦਾਦੀ ਮਾਂ ਦੇ ਸਿਰ ਚਿੱਕੜ ਪਾਉਂਦੇ ਸੀ ਲੋਕ, ਗੋਹਾ ਪਾਉਂਦੇ ਸੀ, ਉਹਦੇ ਰੋੜੇ ਮਾਰਦੇ ਸੀ, ਤੇ ਅੱਜ ਅਸੀਂ ਹਟ ਨਹੀਂ ਗਏ, ਅੱਜ ਅਸੀਂ ਹਟ ਨਹੀਂ ਗਏ। ਹੁਣ ਵੀ ਸਾਡੇ ਹੱਥ ਚਿੱਕੜ ਹੀ ਹੈ, ਹੁਣ ਵੀ ਗੋਹਾ ਹੀ ਹੈ। ਸਾਡੇ ਜਦੋਂ ਲੋਕ ਹੋਲੀ ਖੇਡਦੇ ਪਹਿਲਾਂ ਮਾੜਾ ਮੋਟਾ ਉਹ ਰੰਗ ਪਾਉਂਦੇ ਆ, ਔਰ ਜਦੋਂ ਰੰਗ ਮੁੱਕ ਜਾਂਦਾ ਹੈ ਮਲੰਗਾਂ ਦੇ ਕੋਲੋਂ ਤਾਂ ਫਿਰ ਉਹ ਚਿੱਕੜ ਸਿੱਟ ਲੈਂਦੇ ਆ ਇੱਕ ਦੂਜੇ ਦੇ ਬਾਲਟੀਆਂ ਭਰ ਗੋਹਾ ਚੱਕ ਕੇ ਮਾਰਦੇ ਆ। ਤਵੇ ਦੀ ਕਾਲਸ ਲਾ ਕੇ ਤੇਲ ਲਾ ਕੇ ਉਹ ਮੂੰਹ ਮਲ ਦਿੰਦੇ ਆ ਤੇ ਚੰਗੜਾ ਮਾਰਦੇ। ਫਿਰ ਇਹ ਹੈ ਸ਼ੂਦਰਾਂ ਦੀ ਕਹਾਣੀ। ਤੇ ਜਿਨ੍ਹਾਂ ਦੀ ਕਹਾਣੀ ਇਹ ਹੈ ਉਹ 1919 ਦੇ ਐਕਟ ਨੂੰ ਕੀ ਜਾਣਨਗੇ, 1922 ਦੀ ਹਿੰਦੂ ਮਹਾਸਭਾ ਨੂੰ ਕੀ ਜਾਣਨਗੇ, ਉਹ RSS ਤੇ CPI ਨੂੰ ਕੀ ਜਾਣਨਗੇ। ਉਹ ਕੀ ਜਾਣਦੇ ਆ ਕਿ 28 ਦੇ ਵਿੱਚ ਆਇਆ ਸਾਈਮਨ ਕਮਿਸ਼ਨ, ਉਹਦਾ ਮਤਲਬ ਕੀ ਸੀ, ਉਹਦੀਆਂ ਜੜ੍ਹਾਂ ਕਿੱਥੇ ਸੀ, ਔਰ ਉਹ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਿੱਥੇ ਆ। ਇਹਦੇ ਵਿੱਚ ਵਿਚਕਾਰ ਖੜੋਤਾ ਤੁਹਾਡਾ ਪੁਰਖਾ ਕਿੱਥੇ ਹੈ, ਔਰ ਕਿਸ ਤਰ੍ਹਾਂ ਦੀ ਜੰਗ ਚੱਲ ਰਹੀ ਹੈ, ਇਹਨੂੰ ਸਮਝਣਾ ਇਹੀ ਤਾਂ ਜ਼ਰੂਰੀ ਹੈ ਸਾਡੇ ਵਾਸਤੇ। ਜਿਉਂ-ਜਿਉਂ ਸਮਝਦੇ ਜਾਵਾਂਗੇ, ਜਿਉਂ-ਜਿਉਂ ਰੋਸ਼ਨੀ ਹੁੰਦੀ ਜਾਏਗੀ, ਰਸਤੇ ਸਾਫ਼ ਹੁੰਦੇ ਜਾਣਗੇ, ਅਸੀਂ ਅੱਗੇ ਵੱਧਦੇ ਜਾਵਾਂਗੇ। ਜੈ ਭੀਮ, ਜੈ ਭਾਰਤ, ਨਮੋ ਬੁੱਧਾ। ਮੂਲ ਭਾਰਤੀ ਧੰਮ ਸੰਘ ਇਸ ਗਰੁੱਪ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ, ਵਿਦਵਾਨਾਂ ਨੂੰ, ਬਾਬਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਨਮੋ ਬੁੱਧਾ। ਔਰ ਬਹੁਤ ਸਾਡੇ ਸਤਿਕਾਰਯੋਗ ਸਾਡੇ ਸੀਨੀਅਰ ਸੰਤ ਸਿਪਾਹੀ ਸੰਤ ਬਾਬਾ ਜੀ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਦਾ ਬਹੁਤ ਬਹੁਤ ਧੰਨਵਾਦ।
ਕਿ ਜਿਹੜੀ ਸਮਾਜ ਦੇ ਵਿੱਚ ਇੱਕ ਸਾਡੇ ਪੁਰਖਿਆਂ ਦੀ ਇਤਿਹਾਸ ਨੂੰ ਜਿਹੜਾ ਲੁਕੋ ਕੇ ਰੱਖਿਆ ਗਿਆ ਸੀ, ਉਸ ਨੂੰ ਸਾਡੇ ਸਾਹਮਣੇ ਰੱਖਿਆ। ਸੋ ਇਸ ਇਤਿਹਾਸ ਦਾ ਸਾਨੂੰ ਕਦੇ ਵੀ ਨਹੀਂ ਯਾਦ ਸੀ, ਕਦੇ ਵੀ ਚੇਤਾ ਨਹੀਂ ਸੀ, ਨਾ ਹੀ ਪੜ੍ਹਿਆ ਤੇ ਨਾ ਹੀ ਕਦੀ ਸੁਣਿਆ ਸੀ। ਸੋ ਇੱਕ ਪਾਸੇ ਜਿਵੇਂ ਦੱਸਿਆ ਸਾਡੇ ਬਾਬਾ ਜੀ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਨੇ ਕਿ ਅੰਗਰੇਜ਼ਾਂ ਦਾ ਤੇ ਆਰੀਅਨ ਦਾ ਯੁੱਧ, ਉਹ ਤੀਸਰਾ ਯੁੱਧ ਬ੍ਰਾਹਮਣ ਦਾ ਤੇ ਬ੍ਰਾਹਮਣ ਆਰੀਅਨ ਦਾ, ਸ਼ੂਦਰਾਂ ਦਾ ਯੁੱਧ। ਦੇਖੋ ਕਿੰਨਾ ਬਾਹਮਣ ਤੇਜ ਹੈ ਕਿ ਉਸਨੇ ਆਪਣੀ ਜਿਹੜੀ ਆ ਬਹਾਦਰੀ ਆ ਉਹ ਲੋਕਾਂ ਦੇ ਸਾਹਮਣੇ ਰੱਖੀ ਹੈ। ਤੇ ਸਾਡੇ ਜਿਹੜੇ ਮਹਾਂਪੁਰਸ਼ਾਂ ਦਾ, ਜਿਹੜਾ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ, ਸਾਡੇ ਜੋਤੀਰਾਓ ਫੂਲੇ ਜੀ, ਸ਼ਿਵਾ ਜੀ ਮਹਾਰਾਜ ਔਰ ਸਾਡੇ ਸ਼ਾਹੂ ਜੀ, ਔਰ ਇੰਨਾ ਵੱਡਾ ਉਹਨਾਂ ਨੇ ਸੰਘਰਸ਼ ਕੀਤਾ, ਸਈਆ ਜੀ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਲਹਿਰ ਜੋ ਬਾਹਮਣ ਦੀ ਕਬਜ਼ੇ ਦੇ ਵਿੱਚੋਂ ਮੂਲ ਨਿਵਾਸੀਆਂ ਨੂੰ ਛੁਡਾਉਣ ਵਾਸਤੇ ਇੱਕ ਸੰਘਰਸ਼ ਕੀਤਾ ਸੀ, ਇੱਕ ਯੁੱਧ ਲੜਿਆ। ਸੋ ਸਾਡੇ ਮੂਲ ਨਿਵਾਸੀਆਂ ਨੂੰ ਇਹਦੇ ਬਾਰੇ ਰਤਾ ਵੀ ਗਿਆਨ ਨਹੀਂ। ਸੋ ਇੱਥੇ ਇੱਕ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਸਾਡੇ ਸਮਾਜ ਨੂੰ ਵੀ ਬਸ ਅਮੀਰਾਂ ਦਾ ਯੁੱਧ ਦਿਸਿਆ, ਪਰ ਗਰੀਬਾਂ ਦਾ ਯੁੱਧ ਨਹੀਂ ਦਿਸਿਆ। ਕਿਉਂਕਿ ਅਮੀਰਾਂ ਦੇ ਯੁੱਧ ਦੇ ਵਿੱਚ ਕਿਰਪਾਨਾਂ ਤਕੂਏ ਚੱਲਦੇ ਸੀਗੇ, ਪਰ ਸਾਡੇ ਮਹਾਰੈਵਰਾਂ ਦੇ ਯੁੱਧ ਦੇ ਵਿੱਚ ਕਲਮ ਚੱਲਦੀ ਸੀ। ਇਸ ਕਰਕੇ ਉਹਨਾਂ ਨੂੰ ਕਲਮ ਨਹੀਂ ਦਿਸੀ, ਉਹਨਾਂ ਨੂੰ ਕਿਰਪਾਨਾਂ, ਬੰਦੂਕਾਂ, ਇਹੀ ਕੁਛ ਦਿਸਿਆ। ਸੋ ਇਹ ਕ੍ਰਾਂਤੀਆਂ ਸਾਡੇ ਸਾਹਮਣੇ ਨਹੀਂ ਰੱਖੀਆਂ ਗਈਆਂ, ਅੱਜ ਤੱਕ ਕਿਤਾਬਾਂ ਦੇ ਵਿੱਚ ਵੀ ਨਹੀਂ ਪੜ੍ਹਿਆ, ਔਰ ਨਾ ਹੀ ਸਾਨੂੰ ਜੋਤੀਰਾਓ ਫੂਲੇ ਜੀ ਬਾਰੇ ਕਿਸੇ ਨੇ ਗਿਆਨ ਕਰਾਇਆ, ਨਾ ਹੀ ਕਿਸੇ ਨੇ ਦੱਸਿਆ। ਸੋ ਆਸ ਕਰਦੇ ਹਾਂ ਕਿ ਇਹ ਜਿਹੜੀ ਹੁਣ ਨਵੀਂ ਕ੍ਰਾਂਤੀ ਹੋ ਰਹੀ ਹੈ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਥਰੂ, ਔਰ ਸਾਡੇ ਹੋਰ ਵੀ ਜਿੰਨੇ ਵਿਦਵਾਨ ਇਸ ਗਰੁੱਪ ਦੇ ਵਿੱਚ ਆ, ਅਲੱਗ-ਅਲੱਗ ਗਰੁੱਪਾਂ ਦੇ ਵਿੱਚ, ਅਲੱਗ-ਅਲੱਗ ਥਾਵਾਂ 'ਤੇ, ਹਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬੈਠ ਕੇ ਵਿਚਾਰ ਚਰਚਾ, ਵਿਚਾਰ ਗੋਸ਼ਟੀਆਂ ਕਰਦੇ ਆ। ਇਸ ਦੇ ਨਾਲ ਵੀ ਕੋਈ ਨਵਾਂ ਸਿੱਟਾ ਜ਼ਰੂਰ ਨਿਕਲੇਗਾ। ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇਹਨਾਂ ਮਹਾਂਪੁਰਸ਼ਾਂ ਦੀ, ਸਾਡੇ ਇਹਨਾਂ ਰਹਿਬਰਾਂ ਦੀ ਜੀਵਨੀ ਬਾਰੇ ਸਾਡੇ ਬੱਚਿਆਂ ਨੂੰ, ਸਾਡੇ ਲੋਕਾਂ ਨੂੰ, ਸਾਡੇ ਸਮਾਜ ਨੂੰ, ਪੂਰੇ ਬਹੁਜਨ ਸਮਾਜ ਨੂੰ, 85% ਲੋਕਾਂ ਨੂੰ, 85% ਬਹੁਜਨ ਸਮਾਜ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਸਾਡੇ ਸਮਾਜ ਦੇ ਵਿੱਚ ਜੇ ਸਾਡੇ ਰਹਿਬਰਾਂ ਨੇ ਸਾਨੂੰ ਬਾਹਮਣ ਤੋਂ ਆਜ਼ਾਦ ਕਰਾਉਣ ਵਾਸਤੇ ਜੇ ਕੋਈ ਸੰਘਰਸ਼ ਕੀਤਾ, ਤਾਂ ਸਾਨੂੰ ਜਿਹੜੀ ਉਹਨਾਂ ਦੀ ਦਿੱਤੀ ਹੋਈ, ਜਿਹੜੀ ਕੀਤੀ ਹੋਈ ਉਹਨਾਂ ਦੀ ਮਿਹਨਤ ਦਾ ਫਲ ਜਿਹੜਾ ਆ, ਉਹ ਅਸੀਂ ਅੱਜ ਮਾਣਦੇ ਹਾਂ, ਖਾ ਰਹੇ ਹਾਂ। ਸੋ ਬਹੁਤ ਹੀ ਧੰਨਵਾਦ ਪ੍ਰੋਫੈਸਰ ਸਾਹਿਬ ਜੀ ਦਾ, ਕਿਉਂਕਿ ਵਿਚਾਰ ਨਹੀਂ ਕੋਈ ਵੀ ਮਨ ਦੇ ਵਿੱਚ ਆਉਂਦਾ ਵੀ ਅਸੀਂ ਕੀ ਲਫ਼ਜ਼ ਬੋਲੀਏ, ਲਫ਼ਜ਼ ਵੀ ਨਹੀਂ ਹੈਗਾ ਸਾਡੇ ਕੋਲ, ਕਿ ਇੱਦਾਂ ਦੀ ਇਤਿਹਾਸਿਕ ਜਾਣਕਾਰੀ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਸੋ ਪ੍ਰੋਫੈਸਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਸਮਾਜ ਦੇ ਨਾਲ ਜੋੜਿਆ, ਸਮਾਜ ਦੇ ਉਹਨਾਂ ਪਹਿਲੂਆਂ ਨਾਲ ਸਾਨੂੰ ਜਾਣੂ ਕਰਾਇਆ ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਸੀਗੇ। ਸੋ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ ਦਾ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ, ਨਮੋ ਬੁੱਧਾ। ਮਿੱਤਰੋ, ਇਹਨਾਂ ਨੇ ਆਪ ਤੇ ਕੁਝ ਨਹੀਂ ਕਰਨਾ ਹੁੰਦਾ, ਜਿਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ, ਉਹਨਾਂ ਦੇ ਇਰਾਦਾ ਰੋੜਾ ਬਣ ਕੇ ਖੜੇ ਹੋ ਜਾਂਦੇ। ਪ੍ਰੋਫੈਸਰ ਸਾਹਿਬ ਹੁਣਾਂ ਦੱਸਿਆ ਕਿ ਜਿੰਨੀਆਂ ਵੀ ਸੱਤਾ ਦੇ ਦੌਰਾਨ ਬਾਬਾ ਸਾਹਿਬ ਦੇ ਨਾਂ ਤੇ ਜ਼ਿਆਦਾਤਰ ਸ਼ਾਖਾਵਾਂ, ਸੰਸਥਾਵਾਂ ਬਣੀਆਂ ਬਾਬਾ ਸਾਹਿਬ ਦੇ ਨਾਂ ਤੇ, ਉਹਨਾਂ ਨੇ ਪੁਰਖਿਆਂ ਦੇ ਸੰਘਰਸ਼ ਨੂੰ ਔਰ ਬਾਮ ਸਿੱਖ ਦਾ ਜਿਹੜੀ ਮਿਹਨਤ ਕੀਤੀ ਹੋਈ ਸੀ, ਬਾਮ ਸਿੱਖ ਦੇ ਸੰਘਰਸ਼ ਨੂੰ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ। ਨਾ ਤੇ ਉਹਨਾਂ ਨੇ ਬਾਮ ਸਿੱਖ ਦਾ ਸਾਥ ਦਿੱਤਾ, ਔਰ ਨਾ ਉਹਨਾਂ ਨੇ ਪੁਰਖਿਆਂ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਅੱਗੇ ਵਧਾਇਆ, ਉਹਨੂੰ ਖਤਮ ਕਰ ਦਿੱਤਾ। ਉਹਦਾ ਨਤੀਜਾ ਕੀ ਨਿਕਲਿਆ? ਪੁਰਖਿਆਂ ਦੀ ਲਹਿਰ ਜੋ ਸੀ ਉਸ ਨੂੰ ਤਲਾਂਜਲੀ ਮਿਲੀ। ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਮਿੱਟੀ ਦੇ ਵਿੱਚ ਰੋਲਣ ਦੀ। ਤੇ ਫਿਰ ਉਹਦਾ ਨਤੀਜਾ ਕੀ ਨਿਕਲਿਆ? ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਈ ਦਾ ਪੈਂਦਾ ਲੋੜੇ ਪੱਟ। ਉਹ ਮਿੱਤਰੋ ਜੀ, ਅਸੀਂ ਬੀਜ ਕੇ ਅਸੀਂ
ਆਸ ਰੱਖਾਂਗੇ ਕਿ ਸਾਨੂੰ ਕੁਝ ਹੋਰ ਮਿਲ ਜਾਏਗਾ, ਇਸ ਤਰ੍ਹਾਂ ਨਹੀਂ ਮਿੱਤਰੋ ਹੁੰਦਾ ਹੈ। ਅਸੀਂ ਮਿੱਤਰੋ ਜੋ ਬੀਜਾਂਗੇ ਉਹੀ ਸਾਨੂੰ ਵੱਢਣਾ ਪੈਣਾ। ਇਸ ਤਰ੍ਹਾਂ ਕਦੇ ਹੋਇਆ? ਬੀਜਾਂਗੇ ਅਸੀਂ ਕਿਕਰਾਂ ਤੇ ਅਸੀਂ ਆਸ ਦਾਖਾਂ ਦੀਆਂ ਰੱਖੀਏ, ਉੱਥੇ ਤਾਂ ਮਿੱਤਰੋ ਤੁੱਕੇ ਹੀ ਲੱਗਣਗੇ। ਫਿਰ ਕਤਾਉਂਦੇ ਅਸੀਂ ਉਹਨੇ ਤੇ ਅਸੀਂ ਆਸ ਰੱਖਦੇ ਹਾਂ ਕਿ ਉਹ ਰੇਸ਼ਮ ਬਣ ਜਾਏ। ਰੇਸ਼ਮ ਕਿੱਦਾਂ ਬਣ ਜਾਏਗਾ ਮਿੱਤਰੋ? ਕਰਮ ਸਾਡੇ ਸ਼ੈਤਾਨਾਂ ਵਾਲੇ ਹੈ ਤੇ ਆਸ ਅਸੀਂ ਰੱਖਦੇ ਹਾਂ ਕਿ ਸਾਨੂੰ ਕੋਈ ਪਾਲਕੀਆਂ ਦੇ ਵਿੱਚ ਲੈ ਕੇ ਘੁੰਮੇ। ਬਈ ਇਹੋ ਜਿਹਾ ਤੁਸੀਂ ਕਰਮ ਕਰੋਗੇ, ਉਹੋ ਜਿਹਾ ਤੁਹਾਨੂੰ ਫਲ ਮਿਲੇਗਾ। ਮਿੱਤਰੋ, ਤੁਸੀਂ ਲੋਕਾਂ ਨੂੰ ਰੱਜ ਕੇ ਬੇਵਕੂਫ ਬਣਾਇਆ ਔਰ ਲੋਕਾਂ ਦਾ ਭਰੋਸਾ ਤੋੜਿਆ, ਤੇ ਤੁਸੀਂ ਇਹ ਆਸ ਰੱਖਦੇ ਕਿ ਲੋਕ ਤੁਹਾਡਾ ਹਾਰਾਂ ਨਾਲ ਸਵਾਗਤ ਕਰਨ। ਜਿਨ੍ਹਾਂ ਨੇ ਮਿੱਤਰੋ ਆਪਣੇ ਪੁਰਖਿਆਂ ਨੂੰ ਸਮਰਪਿਤ ਕਰ ਦਿੱਤਾ ਹੈ, ਉਹ ਵੀ ਅੱਜ ਸਾਡੇ ਸਾਹਮਣੇ ਦਿਸ ਰਹੇ ਹਨ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਸੂਰਜ ਦੀ ਵਾਂਗ ਹਨ, ਸੂਰਜ ਦੇ ਵਾਂਗ ਹਨ। ਉਹ ਲੋਕਾਂ ਦੇ ਜੀਵਨਾਂ ਨੂੰ ਸਵਾਰਨ ਲਈ ਤਤਪਰ ਹਨ। ਔਰ ਜਿਨ੍ਹਾਂ ਨੇ ਪੁਰਖਿਆਂ ਨੂੰ ਮਿੱਟੀ ਦੇ ਵਿੱਚ ਰੋਲਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਕਸਰ ਨਹੀਂ ਛੱਡੀ, ਉਹਦਾ ਪ੍ਰੋਫੈਸਰ ਸਾਹਿਬ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਹਾਥੀ ਦਾ ਜਿਹੜਾ ਗਣੇਸ਼ ਹੈ ਉਹ ਕਿਸ ਵੇਲੇ ਬਣ ਜਾਂਦਾ ਇਹਦਾ ਕੋਈ ਪਤਾ ਨਹੀਂ ਲੱਗਦਾ। ਜੋ ਐਡਾ ਵੱਡਾ ਵਿਸ਼ਾਲ ਹਾਥੀ ਸੀ, ਜਿਸ ਨੂੰ ਦੇਖ ਕੇ ਦੁਸ਼ਮਣ ਦੀ ਹਾਰ ਉਹਨੂੰ ਨਜ਼ਰ ਆਉਂਦੀ ਸੀ, ਉਹ ਰਸਤਾ ਛੱਡ ਜਾਂਦਾ ਸੀ। ਦੁਸ਼ਮਣ ਦੀਆਂ ਰਾਤਾਂ ਦੀ ਨੀਂਦ ਉੱਡੀ ਹੋਈ ਸੀ, ਉਹਦਾ ਤੁਸੀਂ ਮਿੱਤਰੋ ਚੱਕ ਕੇ ਗਣੇਸ਼ ਬਣਾ ਦਿੱਤਾ ਹੈ। ਤੇ ਫਿਰ ਮਿੱਤਰੋ ਗਣੇਸ਼ ਨੇ ਤਾਂ ਆਪਣੇ ਜ਼ੋਰ ਦਿਖਾਉਣੇ ਸੀ, ਹੋਰ ਤੁਸੀਂ ਕੀ ਵੇਟ ਕਰਦੇ ਹੋ? ਗਣੇਸ਼ ਨੇ ਤੁਹਾਡੇ ਲਈ ਲੱਡੂ ਥੋੜਾ ਲੈ ਕੇ ਆਉਣੇ ਸੀ, ਜਿਹਨੇ 3000 ਸਾਲਾਂ ਤੋਂ ਤੁਹਾਨੂੰ ਨੱਪ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਨੇ 3000 ਸਾਲ ਰੱਜ ਕੇ ਤੁਹਾਡੇ ਛਿੱਤਰ ਵਾਹਿਆ ਹੈ, ਔਰ ਫਿਰ ਤੁਸੀਂ ਵੇਟ ਕਰਦੇ ਹੋ ਬਈ ਉਹ ਤੁਹਾਨੂੰ ਕੁਛ ਦੇਵੇਗਾ। ਤੁਸੀਂ ਜਿੱਦਾਂ ਹੀ ਹਾਥੀ ਦਾ ਗਣੇਸ਼ ਬਣਾਇਆ ਹੈ, ਤੁਹਾਨੂੰ ਉਹਦੇ ਤੇ ਜ਼ਿਆਦਾ ਯਕੀਨ ਹੋਇਆ, ਪਰ ਤੁਸੀਂ ਪੁਰਖਿਆਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ। ਨਤੀਜਾ ਤੁਹਾਡੇ ਸਾਹਮਣੇ ਹੈ ਬਈ। ਮਿੱਤਰੋ, ਅਸੀਂ ਅੱਜ ਵੀ ਇੰਨੇ ਮੂਰਖ ਲੋਕ, ਇੰਨੇ ਕਮੀਨੇ ਲੋਕ ਹਾਂ, ਸਭ ਕੁਝ ਦੇਖ ਕੇ ਵੀ ਤਿਲਕ ਲਗਾਉਣੇ, ਮਖਾਣਿਆਂ ਨਾਲ ਜੇਬਾਂ ਭਰਾਉਣੀਆਂ ਬੰਦ ਨਹੀਂ ਕੀਤੀਆਂ। ਮਿੱਤਰੋ, ਇਹ ਮੇਜਰ ਗਲਤੀਆਂ ਸੀ ਸਾਡੀਆਂ। ਫਿਰ ਗਲਤੀ ਦੀ ਸਜ਼ਾ ਤੇ ਸਾਰਿਆਂ ਨੂੰ ਫਿਰ ਭੁਗਤਣੀ ਪੈਂਦੀ ਹੈ। ਮਿੱਤਰੋ, ਗਲਤੀ ਦੀ ਸਜ਼ਾ ਹਰ ਬੰਦੇ ਨੂੰ ਭੁਗਤਣੀ ਪੈਂਦੀ ਹੈ, ਚਾਹੇ ਕੋਈ ਵੀ ਹੋਵੇ। ਮੈਂ ਆਪਣੀ ਕਵਿਤਾ ਦੀਆਂ ਦੋ ਲਾਈਨਾਂ ਪੇਸ਼ ਕਰਦਾ। ਇੱਕ ਤੀਰ ਨਾਲ ਦੋ ਨਿਸ਼ਾਨੇ ਉਹ ਦੁਸ਼ਮਣ ਅੱਜ ਤੱਕ ਕਰਦਾ ਆਇਆ, ਇੱਕ ਤੀਰ ਨਾਲ ਦੋ ਨਿਸ਼ਾਨੇ ਉਹ ਦੁਸ਼ਮਣ ਅੱਜ ਤੱਕ ਕਰਦਾ ਆਇਆ, ਗਲਤੀਆਂ ਦਾ ਖਮਿਆਜਾ ਸ਼ੂਦਰ ਛਿੱਤਰ ਖਾ ਖਾ ਭਰਦਾ ਆਇਆ, ਉਹ ਗਲਤੀਆਂ ਦਾ ਖਮਿਆਜਾ ਸ਼ੂਦਰ ਛਿੱਤਰ ਖਾ ਖਾ ਭਰਦਾ ਆਇਆ। ਓਏ ਦੁਸ਼ਮਣ ਖੜਾ ਤਿਆਰ ਤੇਰੇ ਭਾਰਤ ਨੂੰ ਹਿੰਦ ਬਣਾਉਣ ਲਈ, ਉਹ ਦੱਸ ਹੋਰ ਕਿੰਨੇ ਗ੍ਰਹਿਬਰ ਚਾਹੀਦੇ ਨੇ ਝੁੱਡੂਆ ਤੈਨੂੰ ਜਗਾਉਣ ਲਈ, ਤੇਰੀ ਸੁੱਤੀ ਹੋਈ ਜ਼ਮੀਰ ਨੂੰ ਫੜ ਕੇ ਉਠਾਉਣ ਲਈ। ਮੂਲ ਭਾਰਤੀ ਧੰਮ ਚਿੰਤਨ ਦੇ ਸਤਿਕਾਰਯੋਗ ਪ੍ਰੋਫੈਸਰ ਗੁਰਨਾਮ ਸਿੰਘ ਜੀ ਮੁਕਤਸਰ, ਸਤਿਕਾਰਯੋਗ ਵੀਰੋ ਤੇ ਭੈਣੋ, ਮਲਕੀਤ ਹਰਦਾਸਪੁਰੀ ਵੱਲੋਂ ਆਪ ਸਭ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾ। ਮਿੱਤਰੋ, ਪ੍ਰੋਫੈਸਰ ਸਾਹਿਬ ਹੁਣਾਂ ਆਪਣੀ 6ਵੇਂ ਦਿਨ ਦੀ ਜੋ ਵਿਚਾਰ ਹੈ ਉਹ ਸਾਡੇ ਨਾਲ ਸਾਂਝੀ ਕੀਤੀ। ਬਹੁਤ ਹੀ ਗਹਿਰਾ ਚਿੰਤਨ ਮੰਥਨ ਔਰ ਬਹੁਤ ਹੀ ਡਿਟੇਲ ਦੇ ਵਿੱਚ ਜੋ ਇਤਿਹਾਸ ਹੈ ਉਹ ਸਾਡੇ ਸਮਾਜ ਦੇ ਨਾਲ ਸਾਂਝਾ ਕੀਤਾ ਹੈ। ਆਪਣੀ ਜ਼ਿੰਦਗੀ ਦਾ ਅਨੁਭਵ ਔਰ ਆਪਣੀ ਪੀੜਾ ਔਰ ਸਾਡੇ ਸਮਾਜ ਵੱਲੋਂ ਸਾਡੇ ਪੁਰਖਿਆਂ ਨੂੰ ਤਿਲਾਂਜਲੀ ਔਰ ਸਾਡੀਆਂ ਮੂਰਖਤਾਈਆਂ, ਸਾਡੀਆਂ ਮੇਜਰ ਗਲਤੀਆਂ ਔਰ ਬ੍ਰਾਹਮਣਵਾਦ ਦੀਆਂ ਖੂਬੀਆਂ ਤੇ ਸਿਆਣਪਾਂ ਔਰ ਸਾਡੇ ਪੁਰਖਿਆਂ ਵੱਲੋਂ ਪੇਸ਼ਵਾ ਰਾਜ ਦਾ ਖਾਤਮਾ ਔਰ ਸਾਡੇ ਪੁਰਖਿਆਂ ਦੀ ਜਿੱਤ, ਮਹਾਤਮਾ ਜੋਤੀਰਾਓ ਫੂਲੇ ਤੋਂ ਲੈ ਕੇ ਬਾਬਾ ਸਾਹਿਬ ਅਤੇ ਬ੍ਰਾਹਮਣੀਵਾਦ ਸਿਸਟਮ ਦੇ ਵਿਰੁੱਧ ਸੰਘਰਸ਼ ਦਾ ਜ਼ਿਕਰ ਐਸੀ ਡਿਟੇਲ ਵਾਈਜ਼ ਕੀਤਾ ਹੈ, ਬਾ ਕਮਾਲ
ਵਿਚਾਰ, ਬਹੁਤ ਹੀ ਵਧੀਆ ਵਿਚਾਰ ਸਾਡੇ ਸਾਹਮਣੇ ਰੱਖੇ ਹਨ। ਇਸ ਦੇ ਲਈ ਪ੍ਰੋਫੈਸਰ ਸਾਹਿਬ ਹੁਣਾਂ ਦਾ ਕੋਟਨ ਕੋਟ ਧੰਨਵਾਦ ਹੈ। ਮੈਂ ਪ੍ਰੋਫੈਸਰ ਸਾਹਿਬ ਹੁਣਾਂ ਦੇ ਜੋ ਵਿਚਾਰ ਆਏ ਹਨ, ਉਹਨਾਂ ਨੇ ਸ਼ੁਰੂਆਤ 'ਚ ਹੀ ਆਪਣੇ ਪੁਰਖਿਆਂ ਨੂੰ ਨਤਮਸਤਕ ਹੁੰਦੇ ਹੋਏ ਆਪਣੇ ਵਿਚਾਰਾਂ ਦੇ ਵਿੱਚ ਮਿੱਤਰੋ ਬਹੁਤ ਹੀ ਮਹੱਤਵਪੂਰਨ ਗੱਲ ਕਹੀ ਹੈ ਕਿ ਮੈਂ ਮਾਨਸਿਕ ਤੌਰ ਤੇ ਰੋਜ਼ਾਨਾ ਆਪਣੇ ਪੁਰਖਿਆਂ ਦਾ ਜੋ ਦੁਆਰ ਹੈ, ਮੈਂ ਉਹਦੇ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਦੀ ਕਿਰਪਾ ਵਰਸਦੀ ਹੈ ਔਰ ਮੈਂ ਉਹਨਾਂ ਤੋਂ ਸਬਕ ਲੈਂਦਾ ਹਾਂ, ਮੈਨੂੰ ਸਬਕ ਸਿੱਖਣ ਨੂੰ ਮਿਲਦਾ ਹੈ। ਉਹਨਾਂ ਦਾ ਹਰ ਵੇਲੇ ਗੁਣਗਾਨ ਸਿਮਰਨ ਕਰਨਾ ਚਾਹੀਦਾ, ਇਹ ਸਾਡੇ ਲਈ ਸੰਦੇਸ਼ ਹੈ ਉਹਨਾਂ ਦਾ। ਗੁਣਗਾਨ ਸਿਮਰਨ ਤੋਂ ਭਾਵ ਹੈ ਕਿ ਅਸੀਂ ਆਪਣੇ ਪੁਰਖਿਆਂ ਨੂੰ ਆਪਣੀ ਮਨ ਤੇ ਬੁੱਧੀ ਦੇ ਵਿੱਚ ਹਮੇਸ਼ਾ ਜਿੰਦਾ ਰੱਖਣਾ ਹੈ, ਪ੍ਰਗਟ ਰੱਖਣਾ ਹੈ, ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਰਹਿਣਾ ਹੈ। ਹੁਣ ਇੱਥੇ ਮਿੱਤਰੋ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਅਸੀਂ ਕਿੰਨਾ ਕੁ ਪ੍ਰਵੇਸ਼ ਕਰਦੇ ਹਾਂ, ਅਸੀਂ ਕਿੰਨਾ ਕੁ ਆਪਣੇ ਪੁਰਖਿਆਂ ਨੂੰ ਨਤਮਸਤਕ ਹੁੰਦੇ ਹਾਂ, ਅਸੀਂ ਕਿੰਨਾ ਕੁ ਉਹਨਾਂ ਦੇ ਦੁਆਰ ਵਿੱਚ ਸ਼ਾਮਲ ਹੁੰਦੇ ਹਾਂ, ਅਸੀਂ ਕਿੰਨਾ ਕੁ ਉਹਨਾਂ ਨੂੰ ਯਾਦ ਕਰਦੇ ਹਾਂ। ਬੜੇ ਸਪਸ਼ਟ ਰੂਪ ਦੇ ਵਿੱਚ ਇਸ ਦਾ ਜਵਾਬ ਇਹ ਹੀ ਹੈ ਕਿ ਅਸੀਂ ਲਾਇਕ ਬਾਪ ਦੀ ਨਾਲਾਇਕ ਔਲਾਦ ਹਾਂ, ਮੂਰਖ ਤੇ ਅਜੱਡ ਲੋਕ ਹਾਂ। ਅਸੀਂ ਜਿੰਨੇ ਸਾਡੇ ਪੁਰਖੇ ਆਏ ਹਨ ਮਿੱਤਰੋ, ਉਹਨਾਂ ਨੇ ਸਾਡੇ ਲਈ ਜੀਵਨ ਲਾ ਦਿੱਤਾ, ਉਹਨਾਂ ਦੀ ਅਸੀਂ ਕੋਈ ਕਦਰ ਨਹੀਂ ਪਾਈ। ਅਸੀਂ ਉਹਨਾਂ ਨੂੰ ਨਤਮਸਤਕ ਹੋਣ ਦੀ ਬਜਾਏ ਉਹਨਾਂ ਨੂੰ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ। ਮੈਂ ਪਹਿਲੀ ਪੋਸਟ ਦੇ ਵਿੱਚ ਵੀ ਕਿਹਾ ਸੀ ਕਿ ਅਸੀਂ ਉਹ ਬਾਂਦਰ ਹਾਂ, ਅਸੀਂ ਚਾਬੀ ਵਾਲੇ ਬਾਂਦਰ ਹਾਂ ਕਿ ਜਿਹਨੂੰ ਬ੍ਰਾਹਮਣ ਜਦੋਂ ਵੀ ਮਰਜ਼ੀ ਜਿਸ ਵੀ ਢੰਗ ਦੇ ਨਾਲ ਜਿਹੜਾ ਉਹ ਵਰਤ ਸਕਦਾ ਹੈ। ਅਸੀਂ ਉਹਨਾਂ ਦੀ ਡੁਗਡੁਗੀ ਹੈ ਜੋ ਉਹਦੇ ਉੱਤੇ ਬੜਾ ਸ਼ਾਨਦਾਰ ਅਸੀਂ ਡਾਂਸ ਕਰਦੇ ਹਾਂ, ਬਹੁਤ ਵਧੀਆ ਡਾਂਸ ਕਰਦੇ ਹਾਂ। ਇਸ ਚੀਜ਼ ਦੀ ਸਾਨੂੰ ਦਾਦ ਮਿਲਣੀ ਚਾਹੀਦੀ ਹੈ ਮੂਰਖ ਲੋਕਾਂ ਨੂੰ ਕਿ ਅਸੀਂ ਬ੍ਰਾਹਮਣ ਦੀ ਡੁਗਡੁਗੀ ਤੇ ਐਸਾ ਨੱਚਦੇ ਹਾਂ, ਬਹੁਤ ਅੱਛਾ ਡਾਂਸ ਕਰਦੇ ਹਾਂ। ਅਸੀਂ ਆਪਣੇ ਹੀ ਪੁਰਖਿਆਂ ਨੂੰ, ਆਪਣੇ ਹੀ ਬੁੱਧੀਜੀਵੀਆਂ ਨੂੰ ਨੀਵਾਂ ਦਿਖਾਉਣ ਵਿੱਚ ਮਿੱਤਰੋ ਕੋਈ ਵੀ ਅਸੀਂ ਕਸਰ ਨਹੀਂ ਛੱਡਦੇ। ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਜ਼ਹਿਰ ਉਗਲਣੀ ਹੁੰਦੀ ਹੈ, ਅਸੀਂ ਕੋਈ ਵੀ ਮੌਕਾ ਨਹੀਂ ਛੱਡਦੇ ਜ਼ਹਿਰ ਉਗਲਣ ਦਾ। ਅਸੀਂ ਆਪਣੇ ਆਪ ਨੂੰ ਸਿਆਣੇ ਸਾਬਤ ਕਰਨ ਦੇ ਲਈ ਕਿ ਅਸੀਂ ਬਹੁਤ ਸਿਆਣੇ ਹਾਂ, ਆਪਣੇ ਸਵਾਰਥ ਨੂੰ ਲੈ ਕੇ, ਬਾਬਾ ਸਾਹਿਬ ਦਾ ਸਹਾਰਾ ਲੈ ਕੇ, ਬਾਬਾ ਸਾਹਿਬ ਦੇ ਨਾਮ ਨੂੰ ਲੈ ਕੇ ਆਪਣੇ ਆਪ ਨੂੰ ਮਿਸ਼ਨਰੀ ਦੱਸਣ ਵਾਲੇ ਲੋਕ, ਜਦ ਅਸੀਂ ਇਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਹਾਂ ਤੇ ਪੂਰੇ ਦਾ ਪੂਰਾ ਸਾਨੂੰ ਉਹ ਬ੍ਰਾਹਮਣਵਾਦ ਝਲਕਦਾ ਹੈ। ਇਹਨਾਂ ਦੇ ਘਰਾਂ ਦੇ ਵਿੱਚ ਮਾਤਾ ਦੁਰਗਾ, ਮਾਤਾ ਸੀਤਲਾ, ਪਤਾ ਨਹੀਂ ਗਣੇਸ਼, ਹਰ ਤਰ੍ਹਾਂ ਦਾ ਦੇਵੀ ਦੇਵਤਾ ਤੁਹਾਨੂੰ ਇਹਨਾਂ ਦੇ ਘਰਾਂ ਦੇ ਵਿੱਚੋਂ ਉਹ ਲੱਭ ਜਾਏਗਾ। ਇਹੋ ਜਿਹੇ ਬੰਦੇ ਦਲ ਬਦਲਣ ਦੇ ਵਿੱਚ ਇੱਕ ਪਲ ਵੀ ਨਹੀਂ ਲਾਉਂਦੇ, ਇੱਕ ਮਿੰਟ ਨਹੀਂ ਲਾਉਂਦੇ ਕਿ ਅੱਜ ਇਹ ਬੰਦੇ ਇਸ ਪਾਰਟੀ ਦੇ ਵਿੱਚ ਹੈ ਤੇ ਕੱਲ ਨੂੰ ਇਹਨਾਂ ਨੇ ਪਤਾ ਨਹੀਂ ਕਿੱਥੇ ਚਲੇ ਜਾਣਾ ਹੁੰਦਾ ਹੈ। ਆਪਣੇ ਸਵਾਰਥ ਦੀ ਖਾਤਰ ਗੱਲਾਂ ਇਹਨਾਂ ਦੇ ਕੋਲੋਂ ਇੰਨੀਆਂ ਸੁਣ ਲਓ ਕਿ ਬਾਬਾ ਸਾਹਿਬ ਦੇ ਮਿਸ਼ਨ ਦੀਆਂ। ਇਹੋ ਜਿਹੇ ਬੰਦੇ ਇਹ ਸਿਰਫ ਭਾਰਤ ਵਿੱਚ ਨਹੀਂ ਹੈ, ਤੁਹਾਨੂੰ ਇਹੋ ਜਿਹੀ ਵੈਰਾਈਟੀ ਜਿਹੜੀ ਆ ਉਹ ਬਾਹਰ ਵੀ, ਯੂਰਪ ਦੇ ਵਿੱਚ ਵੀ ਮਿਲ ਜਾਏਗੀ, ਜਿਨ੍ਹਾਂ ਨੇ ਰੱਜ ਕੇ ਸਮਾਜ ਨੂੰ, ਭੋਲੇ ਭਾਲੇ ਲੋਕਾਂ ਨੂੰ ਰੱਜ ਕੇ ਬੇਵਕੂਫ ਬਣਾਇਆ ਤੇ ਉਹ ਅੱਜ ਮਿਸ਼ਨ ਦੀਆਂ ਜਿਹੜੀਆਂ ਉਹ ਗੱਲਾਂ ਵੀ ਕਰਦੇ ਆ। ਸਮਾਜ ਨੂੰ ਧੋਖਾ ਦੇਣਾ, ਪੁਰਖਿਆਂ ਨੂੰ ਪਿੱਠ ਦਿਖਾਉਣੀ, ਇਹਦੇ ਵਿੱਚ ਇਹ ਬੰਦੇ ਕੋਈ ਵੀ ਕਸਰ ਨਹੀਂ ਛੱਡਦੇ। ਇਹਨਾਂ ਨੂੰ ਕੋਈ ਜ਼ਿਆਦਾ ਸਰੋਕਾਰ ਨਹੀਂ ਹੁੰਦਾ ਮਿਸ਼ਨ ਦੇ ਨਾਲ ਵੀ ਸਾਡੇ ਪੁਰਖੇ ਸਾਨੂੰ ਕੀ ਕਹਿ ਰਹੇ ਹਨ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੁੰਬੜੀ, ਅੰਦਰ ਬਿਸ ਨਕੋਰ, ਸਾਧ ਭਲੇ ਅਣਨਾਤਿਆਂ, ਚੋਰ ਸੋ ਚੋਰਾ ਚੋਰ। ਜਿਹੜੇ ਲੋਕਾਂ ਨੂੰ ਠੱਗਣ ਵਾਲੇ ਲੋਕ ਹੈ, ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਲੋਕ ਹੈ, ਉਹਨਾਂ ਦਾ ਵੀ ਅੱਜ ਸਾਹਮਣੇ ਪਤਾ ਲੱਗਦਾ ਹੈ। ਔਰ ਜਿਹੜੇ ਸੂਰਜ ਵਾਂਗੂ ਚਮਕਦੇ ਆ, ਜਿਨ੍ਹਾਂ ਨੇ ਜੀਵਨ ਲਾਏ ਹੈ, ਜਿਹੜੇ ਅੱਜ ਵੀ ਮਹਾਂਪੁਰਸ਼ਾਂ ਦੇ ਰਸਤੇ ਨੂੰ ਲੈ ਕੇ ਚੱਲਦੇ ਆ, ਉਹ ਵੀ ਸਾਡੇ ਸਾਹਮਣੇ ਉਹ ਸੂਰਜ ਵਾਂਗੂ ਚਮਕ ਰਹੇ ਆ। ਔਰ ਜਿਨ੍ਹਾਂ ਨੇ ਪੁਰਖਿਆਂ ਨੂੰ ਮਿੱਟੀ ਦੇ ਵਿੱਚ ਰੋਲਣ ਦੀ ਕੋਈ ਕਸਰ ਨਹੀਂ ਛੱਡੀ, ਉਹ ਵੀ ਸਾਡੇ ਸਾਹਮਣੇ ਅੱਜ ਬੰਦੇ ਬੈਠੇ ਸਿਰਾਂ 'ਚ ਆਪਣੇ ਹੱਥ ਮਾਰ ਰਹੇ ਆ।
ਮੂਲ ਭਾਰਤੀ ਧੰਮ ਸੰਘ ਚਿੰਤਨ ਦੇ ਸਤਿਕਾਰਯੋਗ ਪ੍ਰੋਫੈਸਰ ਗੁਰਨਾਮ ਸਿੰਘ ਜੀ ਮੁਕਤਸਰ, ਸਤਿਕਾਰਯੋਗ ਵੀਰੋ ਤੇ ਭੈਣੋ, ਮਲਕੀਤ ਹਰਦਾਸਪੁਰੀ ਵੱਲੋਂ ਆਪ ਸਭ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾ। ਮਿੱਤਰੋ, ਪ੍ਰੋਫੈਸਰ ਸਾਹਿਬ ਹੁਣਾਂ ਆਪਣੇ 6ਵੇਂ ਦਿਨ ਦੀ ਜੋ ਵਿਚਾਰ ਹੈ ਉਹ ਸਾਡੇ ਨਾਲ ਸਾਂਝੀ ਕੀਤੀ। ਬਹੁਤ ਹੀ ਗਹਿਰਾ ਚਿੰਤਨ ਮੰਥਨ ਔਰ ਬਹੁਤ ਹੀ ਡਿਟੇਲ ਦੇ ਵਿੱਚ ਜੋ ਇਤਿਹਾਸ ਹੈ ਉਹ ਸਾਡੇ ਸਮਾਜ ਦੇ ਨਾਲ ਸਾਂਝਾ ਕੀਤਾ ਹੈ। ਆਪਣੀ ਜ਼ਿੰਦਗੀ ਦਾ ਅਨੁਭਵ ਔਰ ਆਪਣੀ ਪੀੜਾ ਔਰ ਸਾਡੇ ਸਮਾਜ ਵੱਲੋਂ ਸਾਡੇ ਪੁਰਖਿਆਂ ਨੂੰ ਤਿਲਾਂਜਲੀ ਔਰ ਸਾਡੀਆਂ ਮੂਰਖਤਾਈਆਂ, ਸਾਡੀਆਂ ਮੇਜਰ ਗਲਤੀਆਂ ਔਰ ਬ੍ਰਾਹਮਣਵਾਦ ਦੀਆਂ ਖੂਬੀਆਂ ਤੇ ਸਿਆਣਪਾਂ ਔਰ ਸਾਡੇ ਪੁਰਖਿਆਂ ਵੱਲੋਂ ਪੇਸ਼ਵਾ ਰਾਜ ਦਾ ਖਾਤਮਾ ਔਰ ਸਾਡੇ ਪੁਰਖਿਆਂ ਦੀ ਜਿੱਤ, ਮਹਾਤਮਾ ਜੋਤੀਰਾਓ ਫੂਲੇ ਤੋਂ ਲੈ ਕੇ ਬਾਬਾ ਸਾਹਿਬ ਅਤੇ ਬ੍ਰਾਹਮਣੀਵਾਦ ਸਿਸਟਮ ਦੇ ਵਿਰੁੱਧ ਸੰਘਰਸ਼ ਦਾ ਜ਼ਿਕਰ ਐਸੀ ਡਿਟੇਲ ਵਾਈਜ਼ ਕੀਤਾ ਹੈ। ਬਾ ਕਮਾਲ ਵਿਚਾਰ, ਬਹੁਤ ਹੀ ਵਧੀਆ ਵਿਚਾਰ ਸਾਡੇ ਸਾਹਮਣੇ ਰੱਖੇ ਹਨ। ਇਸ ਦੇ ਲਈ ਪ੍ਰੋਫੈਸਰ ਸਾਹਿਬ ਹੁਣਾਂ ਦਾ ਕੋਟ ਧੰਨਵਾਦ ਹੈ। ਮੈਂ ਪ੍ਰੋਫੈਸਰ ਸਾਹਿਬ ਹੁਣਾਂ ਦੇ ਜੋ ਵਿਚਾਰ ਆਏ ਹਨ, ਉਹਨਾਂ ਨੇ ਸ਼ੁਰੂਆਤ 'ਚ ਹੀ ਆਪਣੇ ਪੁਰਖਿਆਂ ਨੂੰ ਨਤਮਸਤਕ ਹੁੰਦੇ ਹੋਏ ਆਪਣੇ ਵਿਚਾਰਾਂ ਦੇ ਵਿੱਚ ਮਿੱਤਰੋ ਬਹੁਤ ਹੀ ਮਹੱਤਵਪੂਰਨ ਗੱਲ ਕਹੀ ਹੈ ਕਿ ਮੈਂ ਮਾਨਸਿਕ ਤੌਰ ਤੇ ਰੋਜ਼ਾਨਾ ਆਪਣੇ ਪੁਰਖਿਆਂ ਦਾ ਜੋ ਦੁਆਰ ਹੈ ਮੈਂ ਉਹਦੇ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਦੀ ਕਿਰਪਾ ਵਰਸਦੀ ਹੈ ਔਰ ਮੈਂ ਉਹਨਾਂ ਤੋਂ ਸਬਕ ਲੈਂਦਾ ਹਾਂ, ਮੈਨੂੰ ਸਬਕ ਸਿੱਖਣ ਨੂੰ ਮਿਲਦਾ ਹੈ। ਉਹਨਾਂ ਦਾ ਹਰ ਵੇਲੇ ਗੁਣਗਾਨ ਸਿਮਰਨ ਕਰਨਾ ਚਾਹੀਦਾ, ਇਹ ਸਾਡੇ ਲਈ ਸੰਦੇਸ਼ ਹੈ ਉਹਨਾਂ ਦਾ। ਗੁਣਗਾਨ ਸਿਮਰਨ ਤੋਂ ਭਾਵ ਹੈ ਕਿ ਅਸੀਂ ਆਪਣੇ ਪੁਰਖਿਆਂ ਨੂੰ ਆਪਣੀ ਮਨ ਤੇ ਬੁੱਧੀ ਦੇ ਵਿੱਚ ਹਮੇਸ਼ਾ ਜਿੰਦਾ ਰੱਖਣਾ ਹੈ, ਪ੍ਰਗਟ ਰੱਖਣਾ ਹੈ, ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਰਹਿਣਾ ਹੈ। ਹੁਣ ਇੱਥੇ ਮਿੱਤਰੋ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਅਸੀਂ ਕਿੰਨਾ ਕੁ ਪ੍ਰਵੇਸ਼ ਕਰਦੇ ਹਾਂ, ਅਸੀਂ ਕਿੰਨਾ ਕੁ ਆਪਣੇ ਪੁਰਖਿਆਂ ਨੂੰ ਨਤਮਸਤਕ ਹੁੰਦੇ ਹਾਂ, ਅਸੀਂ ਕਿੰਨਾ ਕੁ ਉਹਨਾਂ ਦੇ ਦੁਆਰ ਵਿੱਚ ਸ਼ਾਮਲ ਹੁੰਦੇ ਹਾਂ, ਅਸੀਂ ਕਿੰਨਾ ਕੁ ਉਹਨਾਂ ਨੂੰ ਯਾਦ ਕਰਦੇ ਹਾਂ। ਬੜੇ ਸਪਸ਼ਟ ਰੂਪ ਦੇ ਵਿੱਚ ਇਸ ਦਾ ਜਵਾਬ ਇਹ ਹੀ ਹੈ ਕਿ ਅਸੀਂ ਲਾਇਕ ਬਾਪ ਦੀ ਨਾਲਾਇਕ ਔਲਾਦ ਹਾਂ, ਮੂਰਖ ਤੇ ਅਜੱਡ ਲੋਕ ਹਾਂ। ਅਸੀਂ ਜਿੰਨੇ ਸਾਡੇ ਪੁਰਖੇ ਆਏ ਹਨ ਮਿੱਤਰੋ, ਉਹਨਾਂ ਨੇ ਸਾਡੇ ਲਈ ਜੀਵਨ ਲਾ ਦਿੱਤਾ, ਉਹਨਾਂ ਦੀ ਅਸੀਂ ਕੋਈ ਕਦਰ ਨਹੀਂ ਪਾਈ। ਅਸੀਂ ਉਹਨਾਂ ਨੂੰ ਨਤਮਸਤਕ ਹੋਣ ਦੀ ਬਜਾਏ ਉਹਨਾਂ ਨੂੰ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ। ਮੈਂ ਪਹਿਲੀ ਪੋਸਟ ਦੇ ਵਿੱਚ ਵੀ ਕਿਹਾ ਸੀ ਕਿ ਅਸੀਂ ਉਹ ਬਾਂਦਰ ਹਾਂ, ਅਸੀਂ ਚਾਬੀ ਵਾਲੇ ਬਾਂਦਰ ਹਾਂ ਕਿ ਜਿਹਨੂੰ ਬ੍ਰਾਹਮਣ ਜਦੋਂ ਵੀ ਮਰਜ਼ੀ ਜਿਸ ਵੀ ਢੰਗ ਦੇ ਨਾਲ ਜਿਹੜਾ ਉਹ ਵਰਤ ਸਕਦਾ ਹੈ। ਅਸੀਂ ਉਹਨਾਂ ਦੀ ਡੁਗਡੁਗੀ ਹੈ ਜੋ ਉਹਦੇ ਉੱਤੇ ਬੜਾ ਸ਼ਾਨਦਾਰ ਅਸੀਂ ਡਾਂਸ ਕਰਦੇ ਹਾਂ, ਬਹੁਤ ਵਧੀਆ ਡਾਂਸ ਕਰਦੇ ਹਾਂ। ਇਸ ਚੀਜ਼ ਦੀ ਸਾਨੂੰ ਦਾਦ ਮਿਲਣੀ ਚਾਹੀਦੀ ਹੈ ਮੂਰਖ ਲੋਕਾਂ ਨੂੰ ਕਿ ਅਸੀਂ ਬ੍ਰਾਹਮਣ ਦੀ ਡੁਗਡੁਗੀ ਤੇ ਐਸਾ ਨੱਚਦੇ ਹਾਂ, ਬਹੁਤ ਅੱਛਾ ਡਾਂਸ ਕਰਦੇ ਹਾਂ। ਅਸੀਂ ਆਪਣੇ ਹੀ ਪੁਰਖਿਆਂ ਨੂੰ, ਆਪਣੇ ਹੀ ਬੁੱਧੀਜੀਵੀਆਂ ਨੂੰ ਨੀਵਾਂ ਦਿਖਾਉਣ ਵਿੱਚ ਮਿੱਤਰੋ ਕੋਈ ਵੀ ਅਸੀਂ ਕਸਰ ਨਹੀਂ ਛੱਡਦੇ। ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਜ਼ਹਿਰ ਉਗਲਣੀ ਹੁੰਦੀ ਹੈ, ਅਸੀਂ ਕੋਈ ਵੀ ਮੌਕਾ ਨਹੀਂ ਛੱਡਦੇ ਜ਼ਹਿਰ ਉਗਲਣ ਦਾ। ਅਸੀਂ ਆਪਣੇ ਆਪ ਨੂੰ ਸਿਆਣੇ ਸਾਬਤ ਕਰਨ ਦੇ ਲਈ ਕਿ ਅਸੀਂ ਬਹੁਤ ਸਿਆਣੇ ਹਾਂ, ਆਪਣੇ ਸਵਾਰਥ ਨੂੰ ਲੈ ਕੇ, ਬਾਬਾ ਸਾਹਿਬ ਦਾ ਸਹਾਰਾ ਲੈ ਕੇ, ਬਾਬਾ ਸਾਹਿਬ ਦੇ ਨਾਮ ਨੂੰ ਲੈ ਕੇ ਆਪਣੇ ਆਪ ਨੂੰ ਮਿਸ਼ਨਰੀ ਦੱਸਣ ਵਾਲੇ ਲੋਕ, ਜਦ ਅਸੀਂ ਇਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਹਾਂ ਤੇ ਪੂਰੇ ਦਾ ਪੂਰਾ ਸਾਨੂੰ ਉਹ ਬ੍ਰਾਹਮਣਵਾਦ ਝਲਕਦਾ ਹੈ। ਇਹਨਾਂ ਦੇ ਘਰਾਂ ਦੇ ਵਿੱਚ ਮਾਤਾ ਦੁਰਗਾ, ਮਾਤਾ ਸੀਤਲਾ, ਪਤਾ ਨਹੀਂ ਗਣੇਸ਼, ਹਰ ਤਰ੍ਹਾਂ ਦਾ ਦੇਵੀ ਦੇਵਤਾ ਤੁਹਾਨੂੰ ਇਹਨਾਂ ਦੇ ਘਰਾਂ ਦੇ ਵਿੱਚੋਂ ਉਹ ਲੱਭ ਜਾਏਗਾ। ਇਹੋ ਜਿਹੇ ਬੰਦੇ ਦਲ ਬਦਲਣ ਦੇ ਵਿੱਚ ਇੱਕ ਪਲ ਵੀ ਨਹੀਂ ਲਾਉਂਦੇ, 1 ਮਿੰਟ ਨਹੀਂ ਲਾਉਂਦੇ।
ਕਿ ਅੱਜ ਇਹ ਬੰਦੇ ਇਸ ਪਾਰਟੀ ਦੇ ਵਿੱਚ ਹੈ ਤੇ ਕੱਲ ਨੂੰ ਇਹਨਾਂ ਨੇ ਪਤਾ ਨਹੀਂ ਕਿੱਥੇ ਚਲੇ ਜਾਣਾ ਹੁੰਦਾ ਹੈ। ਆਪਣੇ ਸਵਾਰਥ ਦੀ ਖਾਤਰ ਗੱਲਾਂ ਇਹਨਾਂ ਦੇ ਕੋਲੋਂ ਇੰਨੀਆਂ ਸੁਣ ਲਓ ਕਿ ਬਾਬਾ ਸਾਹਿਬ ਦੇ ਮਿਸ਼ਨ ਦੀਆਂ। ਇਹੋ ਜਿਹੇ ਬੰਦੇ ਇਹ ਸਿਰਫ ਭਾਰਤ ਵਿੱਚ ਨਹੀਂ ਹੈ, ਤੁਹਾਨੂੰ ਇਹੋ ਜਿਹੀ ਵੈਰਾਈਟੀ ਜਿਹੜੀ ਆ ਉਹ ਬਾਹਰ ਵੀ ਯੂਰਪ ਦੇ ਵਿੱਚ ਵੀ ਮਿਲ ਜਾਏਗੀ, ਜਿਨ੍ਹਾਂ ਨੇ ਰੱਜ ਕੇ ਸਮਾਜ ਨੂੰ, ਭੋਲੇ ਭਾਲੇ ਲੋਕਾਂ ਨੂੰ ਰੱਜ ਕੇ ਬੇਵਕੂਫ ਬਣਾਇਆ ਤੇ ਉਹ ਅੱਜ ਮਿਸ਼ਨ ਦੀਆਂ ਜਿਹੜੀਆਂ ਉਹ ਗੱਲਾਂ ਵੀ ਕਰਦੇ ਆ। ਸਮਾਜ ਨੂੰ ਧੋਖਾ ਦੇਣਾ, ਪੁਰਖਿਆਂ ਨੂੰ ਪਿੱਠ ਦਿਖਾਉਣੀ, ਇਹਦੇ ਵਿੱਚ ਇਹ ਬੰਦੇ ਕੋਈ ਵੀ ਕਸਰ ਨਹੀਂ ਛੱਡਦੇ। ਇਹਨਾਂ ਨੂੰ ਕੋਈ ਜ਼ਿਆਦਾ ਸਰੋਕਾਰ ਨਹੀਂ ਹੁੰਦਾ ਮਿਸ਼ਨ ਦੇ ਨਾਲ ਵੀ ਸਾਡੇ ਪੁਰਖੇ ਸਾਨੂੰ ਕੀ ਕਹਿ ਰਹੇ ਹਨ। ਨਾ ਬਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੁੰਬੜੀ ਅੰਦਰ ਬਿਸ ਨਕੋਰ, ਸਾਧ ਭਲੇ ਅਣਨਾਤਿਆਂ ਚੋਰ ਸਚੋਰਾ ਚੋਰ। ਜਿਹੜੇ ਲੋਕਾਂ ਨੂੰ ਠੱਗਣ ਵਾਲੇ ਲੋਕ ਹੈ, ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਲੋਕ ਹੈ, ਉਹਨਾਂ ਦਾ ਵੀ ਅੱਜ ਸਾਹਮਣੇ ਪਤਾ ਲੱਗਦਾ ਹੈ। ਔਰ ਜਿਹੜੇ ਸੂਰਜ ਵਾਂਗੂ ਚਮਕਦੇ ਆ, ਜਿਨ੍ਹਾਂ ਨੇ ਜੀਵਨ ਲਾਏ ਹੈ, ਜਿਹੜੇ ਅੱਜ ਵੀ ਮਹਾਂਪੁਰਸ਼ਾਂ ਦੇ ਰਸਤੇ ਨੂੰ ਲੈ ਕੇ ਚੱਲਦੇ ਆ, ਉਹ ਵੀ ਸਾਡੇ ਸਾਹਮਣੇ ਉਹ ਸੂਰਜ ਵਾਂਗੂ ਚਮਕ ਰਹੇ ਆ। ਔਰ ਜਿਨ੍ਹਾਂ ਨੇ ਪੁਰਖਿਆਂ ਨੂੰ ਮਿੱਟੀ ਦੇ ਵਿੱਚ ਰੋਲਣ ਦੀ ਕੋਈ ਕਸਰ ਨਹੀਂ ਛੱਡੀ, ਉਹ ਵੀ ਸਾਡੇ ਸਾਹਮਣੇ ਅੱਜ ਬੰਦੇ ਬੈਠੇ ਸਿਰਾਂ 'ਚ ਆਪਣੇ ਹੱਥ ਮਾਰ ਰਹੇ ਆ। ਪ੍ਰੋਫੈਸਰ ਗੁਰਨਾਮ ਸਿੰਘ ਜੀ ਉੱਪਰ ਵਿਚਾਰ ਕਰ ਰਹੇ ਸੀਗੇ ਕਿ ਅੱਜ ਤੱਕ ਮੈਂ ਕਿਸੇ ਵੀ ਸਿੱਖ ਵਿਦਵਾਨ ਦੀ ਆਰਟੀਕਲ ਵਿੱਚ, ਰਚਨਾ ਦੇ ਵਿੱਚ ਜਾਂ ਕਿਸੇ ਗੀਤ ਕਵਿਤਾ ਦੇ ਵਿੱਚ, ਉਹਨਾਂ ਦੇ ਕਿਸੇ ਵੀ ਲੇਖ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ, ਜੋਤੀ ਰਾਓ ਫੂਲੇ ਜੀ, ਸਵਿਤਰੀ ਬਾਈ ਫੂਲੇ ਜੀ, ਸ਼ਾਹੂ ਜੀ ਮਹਾਰਾਜ, ਜਿੰਨੇ ਵੀ ਇਹ ਮੂਲ ਨਿਵਾਸੀ ਯੋਧੇ ਹੋਏ ਨੇ, ਜਿਹੜੇ ਹੱਕ ਸੱਚ ਦੀ ਖਾਤਰ ਜਿਨ੍ਹਾਂ ਨੇ ਸੰਘਰਸ਼ ਲੜਿਆ ਮਨੂਵਾਦ ਦੇ ਵਿਰੁੱਧ ਔਰ ਸੱਚ ਦੇ ਆਧਾਰਿਤ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਆਧਾਰਿਤ ਇਹਨਾਂ ਨੇ ਸੰਘਰਸ਼ ਲੜਿਆ ਕਿ ਤੇ ਇਹਨਾਂ ਦੇ ਬਾਰੇ ਅੱਜ ਤੱਕ ਕਿਸੇ ਵੀ ਸਿੱਖ ਵਿਦਵਾਨ ਨੇ ਕੋਈ ਜ਼ਿਕਰ ਨਹੀਂ ਕੀਤਾ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ ਜੀ, ਬਿਲਕੁਲ ਸੱਚੀ ਗੱਲ ਤੁਸੀਂ ਆਖੀ ਆ। ਮੈਂ ਵੀ ਅੱਜ ਤੱਕ ਨਹੀਂ ਪੜ੍ਹਿਆ। ਦਰਅਸਲ ਜਿਹੜੇ ਆਪਣੇ ਆਪ ਨੂੰ ਸਿੱਖ ਵਿਦਵਾਨ ਅਖਵਾਉਂਦੇ ਆ ਨਾ, ਵੈਸੇ ਤਾਂ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ। ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਜਿਹੜੀ ਹੈ ਉਹ ਤਾਂ ਇਨਸਾਨ ਨੂੰ ਇੱਕ ਬਰੋਡ ਮਾਈਂਡਡ ਬਣਾ ਦਿੰਦੀ ਹੈ। ਇੱਕ ਓਪਨ ਖੁੱਲਾ ਅਸਮਾਨ, ਖੁੱਲਾ ਸਮੁੰਦਰ, ਜਿਹੜੀ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਆ, ਜਿਹੜੀ ਕਿਸੇ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰਦੀ। ਪਰ ਜਿਹੜੇ ਇਹ ਸੋ ਕਾਲਡ ਸਿੱਖ ਵਿਦਵਾਨ ਅਸੀਂ ਜਿਨ੍ਹਾਂ ਨੂੰ ਆਖਦੇ ਹਾਂ, ਜਾਂ ਸਿੱਖ ਪ੍ਰਚਾਰਕ, ਸਿੱਖ ਸਕਾਲਰ, ਇਹ ਤਾਂ ਨਫ਼ਰਤ ਤੇ ਡਿਸਕ੍ਰਿਮੀਨੇਸ਼ਨ ਦੇ ਨਾਲ ਭਰੇ ਹੋਏ ਆ। ਇਹ ਤੁਸੀਂ ਸਹੀ ਗੱਲ ਆਖੀ ਹੈ ਵੀ ਕਿਸੇ ਆਰਟੀਕਲ 'ਚ, ਕਿਸੇ ਗੀਤ ਕਵਿਤਾ ਦੇ ਵਿੱਚ ਸਿੱਖ ਵਿਦਵਾਨਾਂ ਨੇ ਕਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਾਰੇ ਦੋ ਸ਼ਬਦ ਨਹੀਂ ਲਿਖੇ। ਜੋਤੀ ਰਾਏ ਫੂਲੇ ਜੀ ਜਿਹਨਾਂ ਨੇ ਇੱਕ ਮਹਾਨ ਇਨਕਲਾਬ ਖੜਾ ਕੀਤਾ, ਭਾਰਤ ਦੇਸ਼ ਦੀ ਪਹਿਲੀ ਮਹਿਲਾ ਟੀਚਰ ਸਵਿਤਰੀ ਬਾਈ ਫੂਲੇ ਜੀ, ਅਸਲ ਦੇ ਵਿੱਚ ਇਹ ਸਿੱਖ ਅਖਵਾਉਣ ਦੇ ਹੱਕਦਾਰ ਹੀ ਨਹੀਂ ਹੈਗੇ। ਅਸਲ ਦੇ ਵਿੱਚ ਸਿੱਖ ਤਾਂ ਉਹ ਆ ਜਿਹੜਾ ਬਰੋਡ ਮਾਈਂਡਡ ਹੁੰਦਾ, ਜਿਹੜਾ ਹਰ ਇੱਕ ਉਸ ਮਹਾਨ ਸੱਚੇ ਸੁੱਚੇ ਜਰਨੈਲ ਦੀ, ਉਸ ਸਿਪਾਹੀ ਦੀ ਰਿਸਪੈਕਟ ਕਰਦੇ ਆ, ਉਹਨੂੰ ਉਹਦੇ ਕੀਤੇ ਹੋਏ ਕੰਮਾਂ ਦੇ ਆਧਾਰਿਤ ਉਹਨੂੰ ਮਾਣ ਸਤਿਕਾਰ ਦਿੰਦਾ ਆ। ਅਸਲ ਦੇ ਵਿੱਚ ਸਿੱਖ ਤਾਂ ਉਹਨੂੰ ਆਖਿਆ ਜਾ ਸਕਦਾ ਹੈ, ਕਿਉਂਕਿ ਸਿੱਖ ਨੇ ਸੱਚ ਦੀ ਪਰਖ ਕਰਨੀ ਹੈ। ਉਹਦੇ ਕੋਲ ਪਰਖ ਦੀ ਕਸਵੱਟੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਆ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਕੂੜ ਨਖੱਟੇ ਨਾਨਕਾ ਓੜਕ ਸੱਚ ਰਹੀ।
ਜਿਹੜਾ ਬੰਦਾ ਸੱਚ ਦੇ ਆਧਾਰਿਤ ਸੰਘਰਸ਼ ਲੜਦਾ, ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੈ, ਉਹ ਇੱਕ ਗ੍ਰੇਟ ਮਹਾਨ ਇਨਸਾਨ ਮੰਨਿਆ ਜਾਂਦਾ ਹੈ। ਚਾਹੇ ਉਹ ਕਿਸੇ ਵੀ ਫਿਰਕੇ 'ਚੋਂ, ਕਿਸੇ ਵੀ ਉਹ ਕਮਿਊਨਿਟੀ ਦੇ ਵਿੱਚੋਂ ਹੋਵੇ, ਕਿਸੇ ਵੀ ਦੇਸ਼ ਜਾਂ ਕਿਸੇ ਵੀ ਸਮਾਜ ਦੇ ਵਿੱਚੋਂ ਹੋਵੇ। ਸਿੱਖ ਨੇ ਤਾਂ ਉਹਦੇ ਜਿਹੜਾ ਉਹਦਾ ਕਰੈਕਟਰ ਆ, ਜਿਹੜਾ ਉਹਦਾ ਕੰਮ ਆ, ਉਹਦੀ ਪਰਖ ਦੇ ਆਧਾਰਿਤ ਉਹ ਦੇਖਣਾ ਕਿ ਉਹ ਬੰਦੇ ਨੇ ਕਿਹੋ ਜਿਹਾ ਸੰਘਰਸ਼ ਲੜਿਆ। ਪਰ ਇਹ ਜਿਹੜੇ ਸਾਡੇ ਸਿੱਖ ਵਿਦਵਾਨ ਜਾਂ ਸਿੱਖ ਸਕੋਲਰ ਜਾਂ ਸਿੱਖ ਪ੍ਰਚਾਰਕ ਆ, ਇਹ ਜ਼ਾਤ ਪਾਤ, ਊਚ ਨੀਚ, ਭੇਦ ਭਾਵ ਦੇ ਨਾਲ ਭਰੇ ਹੋਏ ਆ। ਇਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਇੱਕ ਨੀਚ ਜਾਤ ਦੇ ਆ ਦਿਸਦੇ ਆ, ਸ਼ਾਹੂ ਛਤਰ ਜੀ ਮਹਾਰਾਜ ਇਹਨਾਂ ਨੂੰ ਨੀਚ ਜਾਤ ਦੇ ਦਿਸਦੇ ਆ। ਇਹਨਾਂ ਨੂੰ ਉਹਨਾਂ ਦੀ ਕੋਈ ਕੇਅਰ ਨਹੀਂ ਹੈਗੀ। ਇਹ ਮੈਂ ਅਕਸਰ ਵੇਖਦਾ ਕਿ ਨਲੀ ਚੋਚੋ ਜਿਹੇ ਬੰਦੇ, ਔਰ ਜਿਨ੍ਹਾਂ ਦੇ ਕੋਲ ਨਹੀਂ ਬੈਠਿਆ ਜਾ ਸਕਦਾ, ਜਿਨ੍ਹਾਂ ਤੋਂ ਸੜਿਆਨ ਆਉਂਦੀ ਹੈ, ਜਿਨ੍ਹਾਂ ਦੀ ਨਲੀ ਚੋ ਕੇ ਮੂੰਹ ਦੇ ਵਿੱਚ ਪੈਂਦੀ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਪਈਆਂ, ਜਿਨ੍ਹਾਂ ਦੇ ਫਰਿੱਜਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦਾ ਨਸ਼ਾ ਪਿਆ, ਉਹ ਦੁੱਕੀ ਦਾ ਬੰਦਾ ਉੱਠ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਉੱਪਰ ਸਵਾਲ ਖੜਾ ਕਰ ਦਿੰਦਾ ਆ ਕਿ ਅੰਬੇਡਕਰ ਨੇ ਕੀ ਕੀਤਾ, ਅੰਬੇਡਕਰ ਨੇ ਤਾਂ ਸੰਵਿਧਾਨ ਨੇ ਬੜਿਆ ਤਾਂ ਲਿਖ ਦਿੱਤਾ ਹੋਊਗਾ। ਉਹ ਇਹਨਾਂ ਨੂੰ ਤਾਂ ਸੰਵਿਧਾਨ ਦਾ ਹੀ ਨਹੀਂ ਪਤਾ ਵੀ ਸੰਵਿਧਾਨ ਕਿੱਡੀ ਵੱਡੀ ਚੀਜ਼ ਹੈ, ਉਹ ਕੀ ਚੀਜ਼ ਹੈ ਸੰਵਿਧਾਨ ਇੱਕ। ਇਹਨਾਂ ਨੂੰ ਉਹਦੀ ਵੈਲਿਊ ਦਾ, ਕੀਮਤ ਦਾ ਨਹੀਂ ਪਤਾ ਹੈਗਾ। ਜਿਨ੍ਹਾਂ ਨੂੰ ਸੰਵਿਧਾਨ ਦੀ ਕੀਮਤ ਦਾ ਪਤਾ ਹੋਵੇ ਤਾਂ ਛੱਤਰ ਕਾਹਨੂੰ ਖਾਣ। ਜਿਨ੍ਹਾਂ ਨੂੰ ਸੰਵਿਧਾਨ ਦੀ ਕੀਮਤ ਦਾ ਪਤਾ ਹੋਵੇ ਤਾਂ ਸੰਘਰਸ਼ ਸੰਵਿਧਾਨ ਦੇ ਸਿਧਾਂਤਾਂ ਦੇ ਮੁਤਾਬਕ ਡਟ ਕੇ ਸੰਘਰਸ਼ ਲੜਨ, ਇਕੱਠੇ ਹੋ ਸਕਣ, ਬਾਕੀ ਭਰਾਵਾਂ ਨੂੰ ਆਪਣੇ ਨਾਲ ਲੈ ਸਕਣ। ਜਿਨ੍ਹਾਂ ਨੂੰ ਸੰਵਿਧਾਨ ਦੀ ਕੀਮਤ ਦਾ ਪਤਾ ਹੋਵੇ ਤਾਂ ਬਾਬਾ ਸਾਹਿਬ ਅੰਬੇਡਕਰ ਦੀ ਰਿਸਪੈਕਟ ਜ਼ਰੂਰ ਕਰਨ। ਪਰ ਇਹਨਾਂ ਦੇ ਵਿੱਚ ਜਾਤ ਦਾ ਹੰਕਾਰ ਆ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਇੱਕ ਉਹ ਹੰਕਾਰ ਨੇ ਜਿਹੜਾ ਸਾਰਾ ਸਤਿਆਨਾਸ਼ ਕੀਤਾ ਹੋਇਆ ਆ। ਇਸ ਕਰਕੇ ਇਹਨਾਂ ਦੇ ਜਿੰਨੇ ਵੀ ਵਿਦਵਾਨ, ਮੈਂ ਉਹਨਾਂ ਦੇ ਨਾਲ ਵਿਚਰਿਆ, ਉਹਨਾਂ ਨਾਲ ਅਸੀਂ ਬਚਾਵ ਢੰਦੇ ਵੀ ਕੀਤੇ, ਉਹਨਾਂ ਨੂੰ ਦੱਸਿਆ, ਸਮਝਾਇਆ। ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਸ ਦੇਸ਼ ਦਾ ਨਾਂ ਭਾਰਤ ਆ, ਵੀ ਦੀ ਪੀਪਲ ਆਫ ਇੰਡੀਆ, ਇੰਡੀਆ ਦੈਟ ਇਜ਼ ਭਾਰਤ। ਪਰ ਇੱਕ ਸੰਘ ਕਰੋੜ ਕੇ ਹਿੰਦੁਸਤਾਨ ਦਾ ਇਹਨਾਂ ਨੇ ਰਾਗ ਰਟਿਆ ਆ। ਜਿੱਦਾਂ ਇਹਨਾਂ ਦੇ ਸੰਘ ਦੇ ਵਿੱਚ ਉਹੀ ਸ਼ਬਦ ਨਿਕਲਦਾ ਆ ਅੱਜ ਦੇ ਜਿੰਨੇ ਵੀ ਸਿੱਖ ਪ੍ਰਚਾਰਕ ਆ। ਤੇ ਜਿਨ੍ਹਾਂ ਨੂੰ ਸੰਵਿਧਾਨ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ, ਬਾਬਾ ਸਾਹਿਬ ਅੰਬੇਡਕਰ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ, ਉਹਨਾਂ ਤੋਂ ਹੋਰ ਕਿਹੜੀ ਆਸ ਰੱਖੀ ਜਾ ਸਕਦੀ ਹੈ। ਇਸ ਕਰਕੇ ਪ੍ਰੋਫੈਸਰ ਸਾਹਿਬ, ਮੈਂ ਤੁਸੀਂ ਇਹ ਜਿਹੜੀ ਗੱਲ ਆਖੀ ਸੀ ਕਿ ਇਹਨਾਂ ਦੀ ਸਿੱਖ ਵਿਦਵਾਨਾਂ ਨੇ ਕਦੇ ਇਹਨਾਂ ਮਹਾਨ ਬਾਬਾ ਸਾਹਿਬ ਅੰਬੇਡਕਰ ਵਰਗੇ ਯੋਧਿਆਂ ਦਾ ਕਦੇ ਵਰਣਨ ਕੀਤਾ, ਨਾਂ ਨਹੀਂ ਲਿਆ ਕਦੇ। ਦਰਅਸਲ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹਨਾਂ ਦੇ ਦਿਮਾਗ ਦੇ ਉੱਪਰ ਮਨੂਵਾਦ ਦੀ ਜਿਹੜੀ ਕਾਲਖ ਆ, ਜਿਹੜੀ ਉਹ ਨਫ਼ਰਤ ਜਿਹੜੀ ਹੈ, ਉਹ ਵਿਪਰਵਦੀ ਜਿਹੜਾ ਉਹ ਮਲੰਮਾ ਚੜਿਆ ਹੋਇਆ ਆ। ਜਦ ਤੱਕ ਉਹ ਨਹੀਂ ਲੈਂਦਾ ਉਨਾ ਚਿਰ ਤੱਕ ਇਹਨਾਂ ਦੇ ਹੋਸ਼ ਨਹੀਂ ਟਿਕਾਣੇ ਆਣੇ ਹੈਗੇ। ਪਰ ਕੀਪ ਇਟ ਅਪ, ਸਾਨੂੰ ਆਪਣੇ ਮਿਸ਼ਨ ਵੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਮੁਤਾਬਕ ਅੱਗੇ ਨੂੰ ਵੱਧਦੇ ਜਾਣਾ ਚਾਹੀਦਾ, ਔਰ ਆਪਣੇ ਵੀਰਾਂ ਭੈਣਾਂ ਭਰਾਵਾਂ ਦੇ ਨਾਲ ਮੋਢਾ ਲਾ ਕੇ ਆਪਣੀ ਮੰਜ਼ਿਲ ਵੱਲ ਨੂੰ ਵੱਧਦੇ ਜਾਣਾ ਚਾਹੀਦਾ। ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਵਧੀਆ ਵਿਚਾਰ ਦਿੱਤੇ ਔਰ ਵਿਚਾਰ ਸੁਣਦੇ ਆ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਪ੍ਰੋਫੈਸਰ ਗੁਰਨਾਮ ਸਿੰਘ ਜੀ ਤੁਹਾਡਾ, ਜਿਹੜੇ ਦਿਨ ਰਾਤ ਜਿਨ੍ਹਾਂ ਦੇ ਅੰਦਰ ਆਪਣੇ ਦੇਸ਼ ਦੀ ਖਾਤਰ, ਆਪਣੇ ਦੇਸ਼ ਦੇ ਲੋਕਾਂ ਦੀ ਆਜ਼ਾਦੀ ਦੀ ਖਾਤਰ ਦੇਸ਼ ਭਗਤੀ ਦੀ ਭਾਵਨਾ ਜਿਹੜੀ ਡੁੱਲ ਪੈਂਦੀ ਹੈ। ਸਾਡੇ ਕੋਲ ਉਹ ਸ਼ਬਦ ਨਹੀਂ ਕਿ ਅਸੀਂ ਕਿਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰੀਏ ਜੀ। ਬਸ ਇੰਨੀ ਗੁਰੂ ਸਾਹਿਬ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਹੋਰ ਬਲ, ਬੁੱਧੀ, ਸ਼ਕਤੀ ਮਿਲੇ ਔਰ ਤੁਸੀਂ ਤੇ ਅਸੀਂ ਰਲ ਮਿਲ ਕੇ ਆਪਾਂ ਸਾਰੇ ਮਿਸ਼ਨ ਦੇ ਵੱਲ ਨੂੰ, ਗੁਰੂ ਜੀ ਦੇ ਮਿਸ਼ਨ ਦੇ ਵੱਲ ਨੂੰ ਅੱਗੇ ਨੂੰ ਅੱਗੇ ਮੰਜ਼ਿਲ ਵੱਧਦੇ ਚੱਲੀਏ ਜੀ। ਧੰਨਵਾਦ।